ਸੱਭਿਆਚਾਰ ਰਸਮ ਰਿਵਾਜ ਦੀ ਜਦੋਂ ਗੱਲ ਆਉਂਦੀ ਹੈ ਤਾਂ ਪੰਜਾਬੀ ਸੱਭਿਆਚਾਰ ਦੀ ਅਮੀਰ ਵਿਰਾਸਤ ਦਾ ਉਹ ਖਜ਼ਾਨਾ ਜੋ ਅਸੀਂ ਸਾਂਭੀ ਬੈਠੇ ਹਾਂ ਆਪਣੇ ਜ਼ਿਹਨ ਦੇ ਨਾਲ ਘਰ ਦੀ ਬੈਠਕ ਦੀ ਪਰਛੱਤੀ ਤੇ। ਉਹ ਵਿਰਾਸਤ ਤੇ ਉਹ ਖਜ਼ਾਨਾ ਜੋ ਹਰ ਕੋਈ ਸਾਂਭਣਾ ਚਾਹੁੰਦਾ ਹੈ, ਪਰ ਸਾਂਭ ਉਹੀ ਸਕਿਆ ਜਿਸ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਪੰਜਾਬ ਦੀ ਮਿੱਟੀ ਦੇ ਨਾਲ ਤੇ ਪੰਜਾਬੀ ਸੱਭਿਆਚਾਰ ਨੂੰ ਜਿਉਂਦਾ ਰੱਖਣ ਦੀ ਤਾਂਘ ਹੋਵੇ, ਚਿਣਗ ਹੋਵੇ। ਤੇ ਉਹ ਚਾਹੁੰਦਾ ਹੈ ਕਿ ਆਉਣ ਵਾਲੀਆਂ ਨਸਲਾਂ ਭਾਵ ਆਉਣ ਵਾਲੀਆਂ ਪੀੜ੍ਹੀਆਂ ਵੀ ਜਾਣੂ ਹੋਣ ਪੰਜਾਬ ਦੇ ਇਸ ਅਮੀਰ ਵਿਰਾਸਤ ਤੇ ਸਾਡੇ ਨਵੇਂ ਪ੍ਰੋਗਰਾਮ ਅਨਮੋਲ ਖਜ਼ਾਨਾ ਤੋਂ। ਪੈਸੇ ਇਕੱਠੇ ਕਰਨ ਦਾ ਸ਼ੌਂਕ ਕਿਹਨੂੰ ਨਹੀਂ ਹੁੰਦਾ। ਬਚਪਨ ਦੀ ਗੱਲ ਹੋਵੇ, ਜਵਾਨੀ ਦੀ ਗੱਲ ਹੋਵੇ ਜਾਂ ਉਸ ਤੋਂ ਬਾਅਦ ਉਮਰ ਦਾ ਕੋਈ ਵੀ ਪਾਇਦਾਨ ਹੋਵੇ, ਹਰ ਇਨਸਾਨ ਹਰ ਸ਼ਖਸ ਚਾਹੁੰਦਾ ਹੈ ਕਿ ਉਹਦੇ ਕੋਲ ਬਹੁਤ ਸਾਰਾ ਪੈਸਾ ਹੋਵੇ। ਬਚਪਨ ਦੀ ਜੇ ਮੈਂ ਗੱਲ ਕਰਾਂ ਤੇ ਬਚਪਨ 'ਚ ਸਾਨੂੰ ਭਾਵੇਂ ਪੈਸਿਆਂ ਦੀ ਕੋਈ ਖਾਸ ਮਹੱਤਤਾ ਨਹੀਂ ਪਤਾ ਸੀ ਤੇ ਨਾ ਹੀ ਪਤਾ ਸੀ ਇਹਦਾ ਕੀ ਮੁੱਲ ਹੈ। ਬਸ ਸਾਨੂੰ ਹੁੰਦਾ ਸੀ ਕਿ ਜਿੰਨੀ ਕਿ ਸਾਨੂੰ ਭਾਣ ਮਿਲ ਗਈ ਅਸੀਂ ਹੱਟੀ ਤੋਂ ਜਾ ਕੇ, ਦੁਕਾਨ ਤੋਂ ਜਾ ਕੇ ਜਾਂ ਤਾਂ ਟੌਫੀਆਂ ਲੈ ਆਉਣੀਆਂ ਜਾਂ ਲੋਲੀਪੌਪ ਲੈ ਆਉਣੇ ਤੇ ਜਾਂ ਫਿਰ ਛੋਟੇ ਛੋਟੇ ABC ਜਾਂ ਊੜੇ ਆੜੇ ਵਾਲੇ ਬਿਸਕੁਟ ਮਿਲਦੇ ਹੁੰਦੇ ਸੀ, ਉਹ ਖਰੀਦਣ ਦਾ ਸ਼ੌਂਕ ਹੁੰਦਾ ਸੀ। ਬਾਂਟੇ ਖੇਡਣੇ, ਪਤੰਗਾਂ ਤੇ ਗੁੱਲੀ ਡੰਡੇ ਦਾ ਸ਼ੌਂਕ ਹੁੰਦਾ ਸੀ। ਇਹੋ ਜਿਹੇ ਸ਼ੌਂਕ ਹੁੰਦੇ ਸੀ ਬਚਪਨ ਦੇ। ਤੇ ਉਹ ਛੋਟੇ ਛੋਟੇ ਸ਼ੌਂਕ ਜ਼ਿੰਦਗੀ ਭਰ ਸਾਡੇ ਨਾਲ ਚੱਲਦੇ ਰਹਿੰਦੇ ਨੇ। ਜ਼ਿੰਦਗੀ ਉਮਰ ਜਿੱਦਾਂ ਜਿੱਦਾਂ ਬੀਤਦੀ ਹੈ ਉੱਦਾਂ ਬੰਦੇ ਦੇ ਸ਼ੌਂਕ ਬਦਲ ਜਾਂਦੇ ਨੇ। ਜਦੋਂ ਬੰਦਾ ਪੜ੍ਹਦਾ ਹੈ ਤੇ ਪੜ੍ਹਨ ਤੋਂ ਬਾਅਦ ਜਦੋਂ ਅਗਲਾ ਜਿਹੜਾ ਪੰਧ ਖੱਟਦਾ ਹੈ ਤੇ ਉਦੋਂ ਉਹਨੂੰ ਹੁੰਦਾ ਕਿ ਹੁਣ ਮੈਂ ਕਮਾਉਣਾ ਹੈ। ਤੇ ਕਮਾਉਣ ਦੇ ਵਿੱਚ ਸਿਰਫ ਓਨਾ ਕੀ ਉਹਦਾ ਗੁਜ਼ਾਰਾ ਹੁੰਦਾ ਜਿੱਥੇ ਕੋ ਆਪਣੇ ਘਰ ਪਰਿਵਾਰ ਦਾ ਢਿੱਡ ਭਰ ਸਕੇ ਜਾਂ ਕੁਝ ਚੰਦ ਚੀਜ਼ਾਂ ਜੋੜ ਸਕੇ। ਪਰ ਕੁਝ ਲੋਕ ਅਜਿਹੇ ਹੁੰਦੇ ਨੇ ਜਿਹੜੇ ਆਪਣੇ ਕੰਮ ਕਿੱਤੇ ਨੂੰ ਵੀ ਮਹੱਤਤਾ ਦਿੰਦੇ ਨੇ, ਘਰ-ਬਾਰ ਦਾ ਵੀ ਧਿਆਨ ਰੱਖਦੇ ਨੇ, ਪਰਿਵਾਰ ਟੱਬਰ ਵੀ ਪਾਲਦੇ ਨੇ, ਆਪਣੀਆਂ ਰੋਜ਼ਮਰਾ ਦੀਆਂ ਜ਼ਰੂਰਤਾਂ ਨੂੰ ਵੀ ਧਿਆਨ ਦੇ ਵਿੱਚ ਰੱਖਦੇ ਨੇ। ਤੇ ਉਸ ਤੋਂ ਬਾਅਦ ਜਿਹੜਾ ਸਮਾਂ ਬਚਦਾ ਹੈ ਨਾ, ਉੱਥੇ ਫਿਰ ਉਹ ਸ਼ੌਂਕ ਪਾਲਦੇ ਨੇ ਤੇ ਉਹ ਚੀਜ਼ਾਂ ਇਕੱਤਰਿਤ ਕਰਦੇ ਨੇ ਜਿਹੜੇ ਕਿ ਆਮ ਬੰਦੇ ਅਸੀਂ ਸਿਰਫ ਸੁਪਨਿਆਂ ਵਿੱਚ ਹੀ ਸੁਪਨਾ ਹੋ ਕੇ ਰਹਿ ਜਾਂਦੀਆਂ ਨੇ ਉਹ ਚੀਜ਼ਾਂ। ਤੇ ਕੁਝ ਸ਼ਖਸੀਅਤਾਂ ਪ੍ਰੋਗਰਾਮ ਅਨਮੋਲ ਖਜ਼ਾਨਾ ਦੇ ਵਿੱਚ ਰਣਦੀਪ ਕੌਰ ਤੁਹਾਡੇ ਰੂਬਰੂ ਕਰਦੀ ਹੈ। ਸੋ ਅੱਜ ਦੀ ਇਸ ਪੇਸ਼ਕਸ਼ ਦੇ ਵਿੱਚ ਪ੍ਰੋਗਰਾਮ ਅਨਮੋਲ ਖਜ਼ਾਨਾ ਦੇ ਵਿੱਚ ਤੁਹਾਡਾ ਨਿੱਘਾ ਜਿਹਾ ਸਵਾਗਤ। ਰਣਦੀਪ ਕੌਰ ਤੁਹਾਨੂੰ ਸਤਿ ਸ਼੍ਰੀ ਅਕਾਲ ਇੱਕ ਵਾਰ ਫਿਰ ਤੋਂ ਆਖਦੀ ਹੈ ਤੇ ਉਸ ਸ਼ਖਸੀਅਤ ਨਾਲ ਤੁਹਾਨੂੰ ਰੂਬਰੂ ਕਰਾਉਣੀ ਹੈ ਜਿਨ੍ਹਾਂ ਨੇ ਛੋਟੇ ਹੁੰਦਿਆਂ ਤੋਂ ਲੈ ਕੇ ਹੁਣ ਤੱਕ ਮਤਲਬ ਜ਼ਿੰਦਗੀ ਦੇ ਲੰਬੇ ਸਮੇਂ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਇਕੱਠੀਆਂ ਕੀਤੀਆਂ ਨੇ। ਉਹ ਭਾਂਤ ਦੀ ਮੈਂ ਗੱਲ ਕਰਾਂ, ਉਹ ਸਿੱਕਿਆਂ ਦੀ ਮੈਂ ਗੱਲ ਕਰਾਂ, ਉਹ ਸਟੈਂਪਸ ਦੀ ਗੱਲ ਕਰਾਂ, ਉਹ ਨੋਟਾਂ ਦੀ ਗੱਲ ਕਰਾਂ ਤੇ ਪਤਾ ਨਹੀਂ ਕਿੰਨੀ ਵੈਰਾਈਟੀ ਤੇ ਕੀ ਕੁਝ ਹੈ। ਇਹ ਸਾਰੀ ਗੱਲਬਾਤ ਦਾ ਵਿਸ਼ਾ ਅੱਜ ਦਾ ਪ੍ਰੋਗਰਾਮ ਅਨਮੋਲ ਖਜ਼ਾਨਾ ਤੇ ਉਸ ਸ਼ਖਸੀਅਤ ਨਾਲ ਤੁਹਾਨੂੰ ਰੂਬਰੂ ਕਰਾਉਣੀ ਆ, ਦਰਸ਼ਨ ਕਰਾਉਣੇ ਆ ਜਿਨ੍ਹਾਂ ਦਾ ਨਾਮ ਹੈ ਜੀ ਸ਼ਾਂਤੀ ਸਰੂਪ ਜੀ। ਸਤਿ ਸ਼੍ਰੀ ਅਕਾਲ ਜੀ। ਸ਼ਾਂਤੀ ਸਰੂਪ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਵੈਲਕਮ ਜੀ ਆਇਆਂ ਨੂੰ ਇਸ ਪ੍ਰੋਗਰਾਮ ਦੇ ਵਿੱਚ ਸਮਾਂ ਦਿੱਤਾ ਤੁਸੀਂ, ਕਿਉਂਕਿ ਤੁਹਾਡਾ ਸਮਾਂ ਜਿਹੜਾ ਬਹੁਤ ਕੀਮਤੀ ਹੈ। ਮੈਨੂੰ ਪਤਾ ਕਿ ਤੁਸੀਂ ਬਿਜ਼ੀ ਸ਼ਡਿਊਲ ਦੇ ਵਿੱਚੋਂ ਸਾਨੂੰ ਕੁਝ ਸਮਾਂ ਦਿੱਤਾ ਹੈ ਕਿ ਅਸੀਂ ਤੁਹਾਡੇ ਨਾਲ ਰਾਬਤਾ ਕਾਇਮ ਕਰ ਸਕੀਏ ਔਰ ਅਕਾਲ ਚੈਨਲ ਦੇ ਜ਼ਰੀਏ ਪੂਰੇ UK ਯੂਰਪ ਦੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਤੁਹਾਡੇ ਇਸ ਗੁਣ ਨੂੰ, ਇਸ ਹੁਨਰ ਨੂੰ, ਇਸ ਸ਼ੌਂਕ ਨੂੰ ਜਾਣਨ ਕਿ ਵਾਕਈ ਪੰਜਾਬ ਦੇ ਇਸ ਸ਼ਹਿਰ ਅੰਮ੍ਰਿਤਸਰ ਦੇ ਵਿੱਚ ਸ਼ਾਂਤੀ ਸਰੂਪ ਨਾਮ ਦਾ ਇੱਕ ਉਹ ਸ਼ਖਸ ਰਹਿੰਦਾ ਹੈ ਜਿਹਦੇ ਕੋਲ ਜੀ ਭੰਡਾਰ ਹੈ ਪੈਸਿਆਂ ਦਾ। ਪੈਸਿਆਂ ਨੂੰ ਵੈਸੇ ਤਾਂ ਕਹਿੰਦੇ ਕਿ ਕਿਸੇ ਚੀਜ਼ ਦਾ ਕੋਈ ਮੁੱਲ ਨਹੀਂ ਹੁੰਦਾ, ਭਾਵੇਂ ਚੀਜ਼ਾਂ ਇਹਨਾਂ ਕੋਲ ਇੰਨੀਆਂ ਜ਼ਿਆਦਾ ਨੇ, ਪੈਸਾ ਇੰਨਾ ਜ਼ਿਆਦਾ ਇਹਨਾਂ ਨੇ ਇਕੱਠਾ ਕਲੈਕਟ ਕੀਤਾ ਹੈ ਤੇ ਉਹਦੇ ਵਿੱਚ ਵੈਰਾਈਟੀ ਕੀ ਹੈ ਗੱਲਬਾਤ ਕਰਦੇ ਹਾਂ ਤੁਹਾਡੇ ਨਾਲ। ਸ਼ੁਰੂਆਤ ਕਰਦੇ ਹਾਂ ਜੀ, ਕਦੋਂ ਸ਼ੌਂਕ ਪਿਆ ਹੈ? ਮੈਂ 7-8 ਸਾਲ ਦਾ ਸੀ ਜੀ। ਮੈਨੂੰ ਉਦੋਂ ਦਾ ਇਹ ਸਿੱਕੇ ਇਕੱਠੇ ਕਰਨ ਦਾ ਸ਼ੌਂਕ ਆ। ਇੱਕ ਵਾਰੀ ਮੇਰੇ ਹੱਥ ਇੰਡੋਨੇਸ਼ੀਆ ਦਾ ਸਿੱਕਾ ਹੱਥ ਆ ਗਿਆ। ਉਸ ਤੋਂ ਬਾਅਦ ਮੈਨੂੰ ਬੜਾ ਵੇਖਣ 'ਚ ਵਧੀਆ ਲੱਗਾ। ਹੌਲੀ ਹੌਲੀ ਮੇਰਾ ਸ਼ੌਂਕ ਵੱਧਦਾ ਰਿਹਾ। ਮੇਰੇ ਯਾਰ ਦੋਸਤ, ਭੈਣ ਭਰਾ, ਰਿਸ਼ਤੇਦਾਰ ਸਭ ਨੂੰ ਪਤਾ ਲੱਗਾ ਕਿ ਸ਼ੌਂਕ ਜ਼ਿਆਦਾ ਵੱਧਦਾ ਪਿਆ। ਉਹ ਮੈਨੂੰ ਸਿੱਕੇ ਉਹਨਾਂ ਨੇ ਦੇਣੇ ਸ਼ੁਰੂ ਕਰਤੇ। ਮੈਂ ਗੋਲਡਨ ਟੈਂਪਲ 'ਚ ਵੀ ਜਦੋਂ ਵੀ ਜਾਂਦਾ ਸੀ ਉੱਥੇ ਬਹੁਤ ਫੋਰਨਰ ਆਉਂਦੇ ਸੀ। ਉਹ ਮੈਂ ਉਹਨਾਂ ਕੋਲੋਂ ਹੱਥ ਮੰਗ ਕੇ, ਭੀਖ ਮੰਗ ਕੇ ਵੀ ਉਹਨਾਂ ਕੋਲ ਸਿੱਕੇ ਮੰਗਦਾ ਸੀ। ਉਹ ਮੈਨੂੰ ਕੋਈ ਨਾ ਕੋਈ ਸਿੱਕਾ ਜ਼ਰੂਰ ਉਦੋਂ ਮਿਲ ਜਾਂਦਾ। ਇਸ ਤਰ੍ਹਾਂ ਮੇਰੇ ਹੌਸਲੇ ਵੱਧਦੇ ਗਏ। ਫਿਰ ਮੈਂ ਕਿਤੇ ਬਾਹਰ ਘੁੰਮਣ ਜਾਂਦਾ, ਕਿਸੇ ਹਿਸਟੋਰੀਕਲ ਪਲੇਸ 'ਤੇ ਬਾਹਰ ਜਾਂਦਾ ਸੀ ਜਾਂ ਕਿਸੇ ਹੋਰ ਸ਼ਹਿਰ, ਦੂਸਰੇ ਸ਼ਹਿਰ 'ਚ ਜਾਂਦਾ ਸੀ। ਮੇਰੀ ਸਭ ਤੋਂ ਵੱਡਾ ਪਹਿਲੋਂ ਸੋਚ ਹੀ ਇਹੋ ਹੀ ਹੁੰਦੀ ਸੀ ਕਿ ਮੈਂ ਫਲਾਣੇ ਬਾਜ਼ਾਰ 'ਚ ਜਾਵਾਂ, ਫਲਾਣੀ ਹੱਟੀ ਤੋਂ ਜਾਵਾਂ ਕਿਸੇ, ਜਾਂ ਕਿੱਥੋਂ ਮੈਨੂੰ ਕੋਈ ਸਿੱਕਾ ਮਿਲ ਸਕੇ ਜਾਂ ਕੋਈ ਨੋਟ ਮਿਲ ਸਕੇ ਜਿਹੜਾ ਮੇਰੇ ਸ਼ੌਂਕ ਦੇ ਵਿੱਚ ਕੰਮ ਹੋ ਜਾਵੇ। ਮਤਲਬ ਸਰੂਪ ਜੀ ਦਾ ਇਹ ਕਹਿਣਾ ਹੈ ਕਿ ਪੈਸੇ ਇਕੱਠੇ ਕਰਦੇ ਸੀ, ਸ਼ੌਂਕ ਸੀਗਾ, ਉਹਨਾਂ ਨੂੰ ਖਰਚਣ ਦਾ ਸ਼ੌਂਕ ਨਹੀਂ ਸੀ, ਉਹਨਾਂ ਨੂੰ ਸੰਭਾਲ ਕੇ ਰੱਖਣ ਦਾ ਸ਼ੌਂਕ ਸੀ। ਸੋ ਆਪਾਂ ਸਿੱਕਿਆਂ ਦੀ ਗੱਲ ਕਰਦੇ ਹਾਂ। ਸਿੱਕਿਆਂ ਦੀ ਜੇ ਵੈਰਾਈਟੀ ਦੀ ਗੱਲ ਕਰੀਏ ਤੇ ਕਿੰਨੀ ਕੁ ਹੈ? ਸਿੱਕੇ ਜੀ ਮੇਰੇ ਕੋਲ ਇਸ ਵੇਲੇ ਘੱਟ ਤੋਂ ਘੱਟ 185 ਦੇਸ਼ਾਂ ਦੇ 10,000 ਤੋਂ ਵੀ ਜ਼ਿਆਦਾ ਸਿੱਕੇ ਆ, ਜਿਹਦੇ ਵਿੱਚ ਮੇਰੇ ਕੋਲੋਂ ਉਹਦੇ ਜਿਹੜੇ ਤਰ੍ਹਾਂ ਤਰ੍ਹਾਂ ਦੇ
ਵੱਖਰੇ 1 ਪੈਸਾ 2 ਪੈਸਾ 3 ਪੈਸਾ 5 ਪੈਸਾ 10 ਪੈਸਾ 2 ਰੁਪਏ 2 ਰੁਪਏ 5 ਰੁਪਏ 10 ਰੁਪਏ 100 ਰੁਪਇਆ 75 ਰੁਪਏ 150 ਰੁਪਇਆ ਦੇ ਉਹ ਵੀ ਸਿੱਕੇ ਹੈਗੇ ਆ ਜਿਹੜੇ ਕਮੈਮੋਰੇਟਿਵ ਕੋਇਨ ਗਵਰਨਮੈਂਟ ਕਰਦੀ ਹੈ ਟਾਈਮ ਟੂ ਟਾਈਮ ਕਰਦੀ ਹੈ ਜਿਹੜੇ ਕਿ ਪਹਿਲਾਂ ਬੁਕਿੰਗ ਕਰਾਉਣੀ ਪੈਂਦੀ ਹੈ ਉਹ ਕਾਫੀ ਕੋਸਟਲੀ ਹੁੰਦੇ ਆ ਉਹ ਬਾਜ਼ਾਰ 'ਚ ਨਹੀਂ ਚੱਲਦੇ। ਮੇਰੇ ਕੋਲ ਵੀ ਸਿੱਕਿਆਂ ਦੀ ਬਹੁਤ ਵੱਡੀ ਕਲੈਕਸ਼ਨ ਹੈ। ਮਤਲਬ 8 ਸਾਲ ਦੀ ਉਮਰ ਦੇ ਵਿੱਚ ਤੁਹਾਨੂੰ ਇਹ ਸ਼ੌਂਕ ਪਿਆ ਤੇ ਤੁਹਾਨੂੰ ਲੱਗਾ ਕਿ ਜਿੱਥੋਂ ਕਿਤੇ ਤੁਹਾਨੂੰ ਸੁੱਗ ਮਿਲਦੀ ਉੱਥੇ ਜਾ ਕੇ ਤੁਸੀਂ ਇਕੱਠਾ ਕਰਦੇ ਸੀ। ਪਰ ਫਿਰ ਵੀ ਬੰਦਾ ਜਦੋਂ ਕੋਈ ਚੀਜ਼ ਇਕੱਠੀ ਕਰਦਾ ਉਹਨੂੰ ਸ਼ੌਂਕ ਪੈਂਦਾ ਤਾਂ ਉਹਨੂੰ ਲੱਗਦਾ ਹੁੰਦਾ ਕਿ ਇਹਦਾ ਕੋਈ ਫਿਊਚਰ ਹੈਗਾ। ਤੁਹਾਨੂੰ ਕਦੀ ਲੱਗਾ ਕਿ ਜਿਹੜਾ ਤੁਸੀਂ ਛੋਟੀ ਜਿਹੀ ਉਮਰ ਤੋਂ ਇਹ ਚੀਜ਼ਾਂ ਤੁਹਾਨੂੰ ਕਰੋਸਿਟੀ ਪੈਦਾ ਹੋਈ ਹੈ ਨਾ ਚਿਣਕ ਲੱਗੀ ਤੇ ਉਹਦਾ ਕੋਈ ਫਿਊਚਰ ਹੈਗਾ ਜਾਂ ਸਿਰਫ ਇਕੱਠਾ ਹੀ ਕਰਨਾ ਸੀਗਾ ਕਿ ਹਰ ਚੀਜ਼ ਇਕੱਠੀ ਕਰ ਲੈਣੀ ਸੀਗੀ? ਬਿਲਕੁਲ ਜੀ, ਫਿਊਚਰ ਇਹਦਾ ਬੜਾ ਅੱਛਾ ਹੈਗਾ। ਇਹ ਤੇ ਕੋਈ ਇਹ ਧਰੋਹਰ ਹੈਗੀ ਹੈ ਜਿਹੜੀ ਮੇਰੇ ਪਿੱਛੋਂ ਵੀ ਮਤਲਬ ਕਿ ਸਿੱਕਾ ਕਦੀ ਵੀ ਨਹੀਂ ਮਰਦਾ। ਮਤਲਬ ਕਿ ਅੱਜ ਮੈਂ ਕੱਲ ਨੂੰ ਨਹੀਂ ਵੀ ਰਹਿੰਦਾ ਤੇ ਸਿੱਕੇ ਦੀ ਯਾਦਾਸ਼ਤ ਮਤਲਬ ਕਿ ਹਮੇਸ਼ਾ ਕਾਇਮ ਰਹਿੰਦੀ ਹੈ। ਸੈਂਕੜੇ ਹਜ਼ਾਰਾਂ ਸਾਲ ਲੱਖਾਂ ਸਾਲ ਪੁਰਾਣਾ ਵੀ ਸਿੱਕਾ ਕਿਸੇ ਕੋਈ ਹੋਵੇ ਉਹ ਵੀ ਕਦੀ ਸਿੱਕਾ ਕਦੀ ਮਰਦਾ ਨਹੀਂ ਹੈ। ਮੇਰਾ ਬੜਾ ਵਧੀਆ ਸ਼ੌਂਕ ਹੈ ਔਰ ਮੈਨੂੰ ਕਾਫੀ ਅੱਗੇ ਲੈ ਕੇ ਜਾਏ। ਮਤਲਬ ਹਰ ਕਰੰਸੀ ਜਿਹੜੀ ਹੈ ਕੋਇਨਸ ਦੀ ਜੇ ਗੱਲ ਕਰੀਏ ਸਿੱਕਿਆਂ ਦੀ ਗੱਲ ਕਰੀਏ ਹਰ ਦੇਸ਼ ਦੀ ਹੈਗੀ ਵਿਦੇਸ਼ ਦੀ ਹੈਗੀ ਹਰ ਸਟੇਟ ਦੀ ਹੈ। ਹਾਂਜੀ ਜੀ, ਤਾਂ ਉਹਦੇ ਵਿੱਚ ਤੁਸੀਂ ਸਾਨੂੰ ਵੈਰਾਈਟੀ ਥੋੜੀ ਜਿਹੀ ਦੱਸੋ ਕਿ ਜਿਹੜੇ ਦਰਸ਼ਕ ਦੇਖ ਰਹੇ ਉਹਨਾਂ ਨੂੰ ਪਤਾ ਲੱਗੇ ਕਿ ਤੁਹਾਡੇ ਕੋਲ ਹੈ ਕੀ ਕਿਉਂਕਿ ਕੋਇਨਸ ਦੀ ਗੱਲ ਕੀਤੀ ਆਪਾਂ ਦਸਾਂ ਦੇ ਸਿੱਕੇ ਪਏ ਨੇ ਪੰਜਾਂ ਦੇ ਪਏ ਨੇ। ਮੈਡਮ ਇਹ ਜਿਹੜੇ ਸਾਰੇ ਸਿੱਕੇ ਜਿਹੜੇ ਹੈਗੇ ਆ ਛਪਾਈ ਦੇ ਦੌਰਾਨ ਜਿਹੜੇ ਸਿੱਕੇ ਗਲਤ ਛਪ ਜਾਂਦੇ ਆ ਉਹ ਹੋ ਗਏ 5 ਰੁਪਏ ਦਾ ਸਿੱਕਾ, ਇਹ 2 ਰੁਪਏ ਦਾ ਸਿੱਕਾ ਵਾ, ਇਹਨਾਂ ਅੱਧਾ ਛਪਿਆ ਹੋਇਆ ਅੱਧਾ ਨਹੀਂ ਛਪਿਆ ਹੋਇਆ, ਇਹ ਕੋਈ ਟੇਢਾ ਛਪਿਆ ਹੋਇਆ ਵਾ, ਕੋਈ ਸਾਈਡ ਤੋਂ ਨਹੀਂ ਛਪਿਆ ਹੋਇਆ, ਕੋਈ ਡਬਲ ਛਪਿਆ ਹੋਇਆ। ਇਹ 1 ਰੁਪਏ ਦੇ ਸਿੱਕੇ ਹੈਗੇ ਕਿਸੇ ਪਾਸੇ ਵੀ ਨਹੀਂ, ਦੋਵੇਂ ਪਾਸੇ ਇਹਦੇ ਬਲੈਂਕ ਹੈਗੇ ਆ ਨਹੀਂ ਛਪੇ। ਇਹ ਸਭ ਮਾਰਕੀਟ ਵਿੱਚ ਚੱਲਦੇ ਆ। ਜਿਹੜਾ ਵੀ ਮੇਰਾ ਹੱਥ ਇਹੋ ਜਿਹਾ ਕੋਈ ਸਿੱਕਾ ਆ ਜਾਂਦਾ ਮੈਂ ਉਹਨੂੰ ਇਕੱਠਾ ਕਰਨਾ ਆਪਣੇ ਕੋਲ। ਮਤਲਬ ਇੱਕ ਤਾਂ ਸ਼ੌਂਕ ਹੁੰਦਾ ਪੈਸੇ ਇਕੱਠੇ ਕਰਨ ਦਾ ਕਿ ਜਿਹੜੀ ਪੈਸਾ ਇਕੱਠਾ ਕਰਨਾ, ਪਰ ਇਹਨਾਂ ਦਾ ਇੱਕ ਵੱਖਰਾ ਹੀ ਸ਼ੌਂਕ ਹੈ। ਉਹ ਤਾਂ ਨਾਲ ਤੁਹਾਨੂੰ ਦੱਸਾਂਗੇ ਕਿ ਹੋਰ ਕੀ ਵੈਰਾਈਟੀ। ਪਰ ਇਹ ਜਿਹੜੇ ਕੋਇਨਸ ਦੀ ਸਿੱਕਿਆਂ ਦੀ ਜੇ ਗੱਲ ਕਰੀਏ ਦਸੀਆਂ ਪੰਜੀਆਂ 5 ਪੈਸੇ 1 ਪੈਸਾ 1 ਰੁਪਇਆ 5 ਰੁਪਏ 10 ਰੁਪਏ ਜਾਂ ਹੋਰ ਜਿੰਨੇ ਵੀ ਕੋਇਨਸ ਹੁੰਦੇ ਨੇ ਸਿੱਕੇ ਹੁੰਦੇ ਨੇ ਉਹਦੇ ਵਿੱਚ ਜਿਹੜੇ ਡਿਫੈਕਟਿਵਡ ਹੋ ਜਾਂਦੇ ਨੇ ਜਿਨ੍ਹਾਂ ਦੇ ਵਿੱਚ ਕੁਝ ਨਾ ਕੁਝ ਛਪਾਈ ਦੇ ਵਿੱਚ ਕਟਾਈ ਦੇ ਵਿੱਚ ਜਾਂ ਡਿਜ਼ਾਈਨ ਦੇ ਵਿੱਚ ਕੁਝ ਮਿਸ ਪ੍ਰਿੰਟਿੰਗ ਹੋ ਜਾਂਦੀ ਹੈ ਨਾ, ਉਹ ਸਾਰੀ ਵੈਰਾਈਟੀ। ਸੋ ਇਹ ਕਿੰਨੀ ਕੁ ਵੈਰਾਈਟੀ ਹੈ ਘੱਟ ਤੋਂ ਘੱਟ ਮੇਰੇ ਕੋਲ 4500 ਦੇ ਲਗਭਗ ਸਿੱਕੇ ਹੈਗੇ ਜਿਹੜੇ ਜਿਨ੍ਹਾਂ ਦੀ ਛਪਾਈ ਗਲਤ ਹੋਈ ਹੈ। 4500 ਦੇ ਲਗਭਗ ਘੱਟ ਤੋਂ ਘੱਟ 800-900 ਸਿੱਕੇ ਤੇ ਸਿਰਫ 10 ਪੈਸੇ ਵਾਲੇ ਹੀ ਹੈਗੇ ਆ ਸਿਲਵਰ ਵਾਲੇ ਜਿਨ੍ਹਾਂ ਦੇ ਵਿੱਚ ਕੋਈ ਦੇ ਮਟੀਰੀਅਲ ਵੱਧ ਲੱਗਾ ਹੋਇਆ ਜਾਂ ਕੋਈ ਸਾਈਡ ਤੋਂ ਨਹੀਂ ਛਪਿਆ ਹੋਇਆ ਜਾਂ ਕੋਈ ਸ਼ਿਫਟ ਹੋਇਆ ਹੋਇਆ, ਇਸ ਤਰ੍ਹਾਂ ਦੇ ਬਹੁਤ ਜ਼ਿਆਦਾ ਸਿੱਕੇ। ਇਹ ਫਿਰ ਤੁਹਾਨੂੰ ਕਿੱਦਾਂ ਮਿਲਦੇ ਨੇ? ਇਹ ਟਾਈਮ ਟੂ ਟਾਈਮ 1 ਦਿਨ ਦੇ ਵਿੱਚ ਇਕੱਠੇ ਹੋਏ ਨਹੀਂ ਜੀ ਸਿੱਕੇ। ਅੱਜ ਆ ਗਿਆ, ਕਿਸੇ ਦਿਨ 2 ਆ ਗਏ, ਕਿਸੇ ਦਿਨ 3 ਆ ਗਏ। ਹਰ ਸਿੱਕਾ ਮੇਰੀ ਬੇਕਰੀ ਦੀ ਸ਼ੋਪ ਹੈ ਜੀ, ਮੇਰੀ ਦੁਕਾਨ ਤੇ ਕੋਈ ਵੀ ਕਸਟਮਰ ਕੋਈ ਵੀ ਆਂਦਾ ਵਾ ਕੋਈ ਮੇਰੇ ਕੋਲ ਨੋਟ ਦਿੰਦਾ ਜਾਂ ਸਿੱਕਾ ਦਿੰਦਾ, ਮੇਰੀ ਕੋਸ਼ਿਸ਼ ਇਹ ਹੀ ਹੁੰਦੀ ਕਿ ਪਹਿਲਾਂ ਮੈਂ ਵੇਖਦਾ ਉਹਦਾ ਨੰਬਰ ਵੇਖਣਾ ਵਾ ਜਾਂ ਉਹਦਾ ਭਾਵ ਨੋਟ ਦਾ ਜਾਂ ਸਿੱਕੇ ਦਾ। ਪਹਿਲੇ ਨੋਟ ਚੈੱਕ ਕਰਨਾ ਬਿਲਕੁਲ ਜੀ, ਉਸ ਤੋਂ ਬਾਅਦ ਹੀ ਮੈਂ ਅਸਲੀ ਹੈ ਕਿ ਨਕਲੀ ਹੈ ਇਹਦੇ ਵਿੱਚ ਕੁਝ ਮਿਸ ਹੋਇਆ ਹੈ ਬਿਲਕੁਲ ਜੋ ਅਸਲੀ ਨਕਲੀ ਦਾ ਤੇ ਪਤਾ ਲੱਗ ਜਾਂਦਾ। ਉਸ ਤੋਂ ਬਾਅਦ ਮਿਸ ਪ੍ਰਿੰਟ ਤੇ ਨਹੀਂ ਹੈਗਾ ਕੋਈ, ਉਹ ਚ ਫੈਂਸੀ ਨੰਬਰ ਦਾ ਨੋਟ ਤੇ ਨਹੀਂ ਹੈਗਾ, ਉਹ ਮੇਰੇ ਕਲੈਕਸ਼ਨ ਦੇ ਵਿੱਚ ਮੈਂ ਆਪਣੇ ਜੀ। ਤੇ ਇਸ ਤੋਂ ਇਲਾਵਾ ਵੈਰਾਈਟੀ ਦੇ ਜੇ ਗੱਲ ਕਰੀਏ ਕਿਉਂਕਿ ਚੀਜ਼ਾਂ ਤਾਂ ਬਹੁਤ ਸਾਰੀਆਂ ਨੇ ਮੇਰੇ ਕੋਲ ਕਰੰਸੀ ਨੋਟ ਹੈ ਜਿਹੜੇ ਛਪਾਈ ਦੇ ਦੌਰਾਨ ਜਿਨ੍ਹਾਂ ਦੀ ਛਪਾਈ ਗਲਤ ਹੋ ਜਾਂਦੀ ਹੈ ਉਹ ਵੀ ਸਾਰੇ ਮੈਨੂੰ ਸਰਕੂਲੇਸ਼ਨ 'ਚ ਮਿਲਿਆ। ਕੋਈ ਕਸਟਮਰ ਦਿੰਦਾ ਵਾ ਤੇ ਉਹ ਮੇਰੀ ਨਜ਼ਰਾਂ 'ਚ ਆ ਜਾਂਦਾ ਤੇ ਮੈਂ ਆਪਣੇ ਕੋਲ ਰੱਖ ਲੈਂਦਾ। ਇਹ 50 ਦਾ ਨੋਟ ਅੱਧਾ ਛਪਿਆ ਹੋਇਆ ਅੱਧਾ ਨਹੀਂ ਛਪਿਆ ਹੋਇਆ। 2000 ਦੇ ਨੋਟ ਤੇ 3 ਵਾਰੀ ਨੰਬਰ ਛਪਿਆ ਹੋਇਆ। ਇਹ 500 ਦੇ ਨੋਟ ਤੇ ਇੱਥੇ ਪ੍ਰਿੰਟਿੰਗ ਨਹੀਂ ਹੋਈ। ਇਹ ਸਾਰੇ ਨੋਟਾਂ ਦੇ ਉੱਤੇ ਇੱਕ ਕਲਰ ਆਇਆ ਵੱਖਰਾ ਹੀ ਚਿੱਟੇ ਰੰਗ ਦਾ। ਇਹ ਸਾਹਮਣੇ ਵਾਲੀ ਸਾਈਡ ਪਿਛਲੇ ਪਾਸੇ ਨਜ਼ਰ ਆ ਰਹੀ ਹੈ ਨੋਟ ਤੇ, ਇਹ ਸੇਮ ਹੈ ਜੀ। ਐਕਸਟਰਾ ਪੇਪਰ ਹੈਗਾ ਨੋਟ ਦੇ ਉੱਤੇ, ਕਟਿੰਗ ਦੇ ਮਿਸਟੇਕ ਹੈ ਜੀ। ਇਹ ਵੀ ਪੇਪਰ ਅਗਲਾ ਨਾਲ ਹੈ। ਇਹ ਦੇਖੋ ਜੀ ਕਿੰਨਾ ਜ਼ਬਰਦਸਤ ਹੈ ਰਿਹਾ, ਕਿੰਨੇ ਹੱਥਾਂ ਵਿੱਚ ਇਹ ਨੋਟ ਚੱਲਿਆ ਆ ਔਰ ਐਂਡ ਤੇ ਮੇਰੇ ਕੋਲ ਹੀ ਆਇਆ ਔਰ ਇਹਨੂੰ ਮੈਂ ਸੰਭਾਲ ਲਿਆ। ਇਹ 500 ਰੁਪਏ ਦੇ ਨੋਟ ਦੇਖੋ ਜੀ, ਇਹਨਾਂ ਦੇ ਵਿੱਚ ਐਕਸਟਰਾ ਪੇਪਰ ਹੈ। ਛਪਾਈ ਦੇ ਦੌਰਾਨ ਜਿਹੜੇ ਗਲਤੀ ਬਣੀ ਹੈ ਇਸ ਤਰ੍ਹਾਂ ਮੇਰੇ ਕੋਲ ਇਹਦੇ ਨਾਲ ਦੇ 2 ਤੋਂ ਲੈ ਕੇ 3000 ਤੱਕ ਨੋਟ ਹੈ ਜਿਹੜੇ ਬਿਲਕੁਲ ਪ੍ਰਿੰਟਿੰਗ ਮਿਸਟੇਕ ਵਾਲੇ ਔਰ ਬਕਾਇਦਾ ਚੱਲੇ ਆ। ਇਹ ਨੋਟ 500 ਦਾ ਨੋਟ ਹੈ, ਇਹਦੇ ਤੇ ਇੱਕ ਗਾਂਧੀ ਦੀ ਫੋਟੋ ਨਹੀਂ ਛਪੀ ਹੋਈ, ਕਲਰ ਨਹੀਂ ਆਏ ਹੋਏ। ਇਹ 500 ਦੇ ਨੋਟ ਹੈ, ਇਹਨਾਂ ਦੇ ਦੂਸਰੇ ਨੋਟ ਦੀ ਵੀ ਪ੍ਰਿੰਟਿੰਗ ਇਹਦੇ ਤੇ ਆ ਗਈ ਹੈ, ਇਹਨਾਂ ਤੇ ਆ ਗਈ ਹੈ। ਇਸ ਤਰ੍ਹਾਂ ਹੀ ਇਹਦੇ ਇੱਕ ਪਾਸੇ ਨੰਬਰ ਛਪਿਆ ਹੋਇਆ, ਕਿੰਨੇ ਧਿਆਨ ਨਾਲ ਇਹ ਨੋਟ ਨੂੰ ਦੇਖਦੇ ਨੇ। ਇੱਕ ਪਾਸੇ ਨੰਬਰ ਛਪਿਆ ਹੋਇਆ ਇੱਕ ਪਾਸੇ ਨੰਬਰ ਨਹੀਂ ਛਪਿਆ ਹੋਇਆ। ਇਸ ਤਰ੍ਹਾਂ ਜਿਹੜਾ ਵੀ ਨੋਟ ਆਂਦਾ ਜੀ ਮੇਰੀ ਕੋਸ਼ਿਸ਼ ਪਹਿਲਾਂ ਇਹੋ ਹੀ ਹੁੰਦੀ ਹੈ। ਮੇਰੇ ਯਾਰ ਦੋਸਤ ਰਿਸ਼ਤੇਦਾਰ ਜਿਹਨੂੰ ਵੀ ਪਤਾ ਕਿ ਮੈਂ ਇਹੋ ਜਿਹੇ ਨੋਟ ਇਕੱਠੇ ਕਰਨਾ ਉਹ ਸਾਰੇ ਮੈਨੂੰ ਦੇ ਕੇ ਜਾਂਦੇ ਆ। ਰੋਜ਼ ਕੋਈ ਨਾ ਕੋਈ ਮੇਰੇ ਹੱਥ ਇਹੋ ਜਿਹਾ ਕੋਈ ਨੋਟ ਆ ਜਾਂਦਾ ਵਾ ਜੀ। ਇਹ 5 ਦਾ ਨੋਟ ਹੈ, ਇਹਦੇ ਤੇ ਕੋਈ ਵੀ ਨੰਬਰ ਨਹੀਂ ਛਪਿਆ ਹੋਇਆ ਜੀ। ਇਹ 10 ਰੁਪਏ ਦੇ 2 ਨੋਟ ਹੈ, ਸੇਮ ਨੰਬਰ ਹੈ ਜੀ, ਸੇਮ ਗਵਰਨਰ ਹੈ, ਸੇਮ ਸੀਰੀਜ਼ ਨੰਬਰ ਹੈ, ਸੇਮ ਪ੍ਰੀਫਿਕਸ ਹੈ, ਸਭ ਕੁਝ ਸੇਮ ਹੈ। ਜਦ ਕਿ ਇੱਕ ਨੰਬਰ ਦਾ ਨੋਟ ਇੱਕ ਵਾਰੀ ਹੀ ਛਪਦਾ। ਇਹ ਮੇਰੇ ਕੋਲ ਇਹ ਜੋੜੇ ਆ ਨੋਟ ਦੇ ਜਿਹੜੇ ਸੇਮ ਟਾਈਮ ਤੇ ਇੱਕੋ ਵਾਰੀ 'ਚ 2 ਨੋਟ ਛਪੇ ਆ। ਇਸ ਤਰ੍ਹਾਂ 1 ਰੁਪਏ ਦੇ ਵੀ ਹੈ, ਸੇਮ ਨੰਬਰ ਦੇ, ਸੇਮ ਸਭ ਕੁਝ ਸੇਮ ਹੈ। ਇਹਦੇ ਵਿੱਚ ਇਹ 2 ਨੋਟ ਹੈ ਇੱਕੋ ਨੰਬਰ 'ਤੇ।
ਬਹੁਤ ਸਾਰੇ ਨੋਟਸ ਤੇ ਕੋਇਨਸ ਇਦਾਂ ਦੇ ਨੇ ਜੋ ਕਿ ਮਿਸਪ੍ਰਿੰਟ ਹੋਏ ਨੇ, ਕੁਝ ਅੱਧੇ ਕੱਟੇ ਹੋਏ ਨੇ ਕੋਇਨਸ ਦੀ ਜੇ ਗੱਲ ਕਰੀਏ, ਕੁਝ ਪ੍ਰਿੰਟ ਜਿਹੜੇ ਗਲਤ ਹੋਏ ਨੇ, ਕੋਈ ਇੱਕੋ ਜਿਹੜਾ ਨੰਬਰ ਦੋ ਦੋ ਤਿੰਨ ਤਿੰਨ ਵਾਰ ਪ੍ਰਿੰਟ ਹੋਇਆ ਹੈ, ਛਪਾਈ ਦੇ ਵਿੱਚ ਇੱਕ ਪੇਜ ਜਿਹੜਾ ਦੂਸਰੇ ਪੇਜ ਤੇ ਆਣ ਕੇ ਪ੍ਰਿੰਟ ਹੋਇਆ। ਸੋ ਇਹ ਲੜੀ ਇਹ ਤਰਤੀਬ ਤੁਹਾਨੂੰ ਦਿਖਾਈ। ਉਸ ਤੋਂ ਬਾਅਦ ਜਿਹੜੀ ਹੈਗੀ ਹੈ ਨੋਟਸ ਦੀ ਫੈਂਸੀ ਕਲੈਕਸ਼ਨ ਹੈ, ਉਹਦੇ ਬਾਰੇ ਵੀ ਜਿਹੜੇ ਨੇ ਸਰੂਪ ਸਾਹਿਬ ਆਪਣੇ ਨਾਲ ਗੱਲਬਾਤ ਕਰਨਗੇ ਜੀ। ਇਹ ਫੈਂਸੀ ਨੰਬਰ ਦੇ ਨੋਟ ਹੈ ਜੀ, ਸਾਰੇ 1 1 2 2 3 3 4 4 ਤੋਂ ਲੈ ਕੇ 9 9 ਤੱਕ। ਇਹ ਸਾਰੇ ਸਰਕੂਲੇਸ਼ਨ ਚੋਂ ਮੈਂ ਇਕੱਠੇ ਕੀਤੇ, 1 ਲੱਖ ਨੰਬਰ ਤੋਂ ਲੈ ਕੇ 10 ਲੱਖ ਨੰਬਰ ਤੱਕ। ਇਹ 500 ਦਾ ਨੋਟ ਜਿਹੜਾ ਬੰਦ ਹੋ ਚੁੱਕਾ ਉਹਦੀ ਵੀ ਮੇਰੇ ਕੋਲ ਕਲੈਕਸ਼ਨ ਹੈਗੀ, 1 ਲੱਖ ਤੋਂ ਲੈ ਕੇ 10 ਲੱਖ ਨੰਬਰ ਤੱਕ। ਇਹ ਸਾਰਾ 1000 2000 3000 5000 ਤੋਂ ਲੈ ਕੇ 10000 ਤੱਕ 50 ਦੇ ਨੋਟਾਂ ਦਾ ਪੂਰੀ ਸੀਰੀਜ਼ ਹੈਗੀ ਹੈ ਜੀ। ਅੱਛਾ, ਇਸ ਕਰਕੇ ਇਹਨਾਂ ਨੂੰ ਫੈਂਸੀ ਨੋਟਸ ਕਹਿੰਦੇ ਹਾਂਜੀ ਹਾਂਜੀ, ਜਿਹੜਾ ਫਿਰ ਦੇਖਣ 'ਚ ਪੂਰਾ ਤੁਹਾਨੂੰ ਅਟਰੈਕਟਿਵ ਲੱਗੇ ਨੋਟ ਨੰਬਰ, ਉਹ ਮੈਂ ਇਕੱਠੇ ਸੀਰੀਜ਼ ਸਾਰਿਆਂ ਦੀ ਤਾਂ ਸੇਮ ਆ ਜਾਂ ਡਬਲ ਹਾਂਜੀ ਕੁਝ? ਹਾਂਜੀ ਹਾਂਜੀ, ਉਹੋ ਜਿਹੇ ਨੋਟ ਮੈਨੂੰ ਹਰ ਤਰ੍ਹਾਂ ਦਾ ਮੈਂ ਫੈਂਸੀ ਨੋਟ ਦਾ ਨੰਬਰ ਇਕੱਠਾ ਕੀਤਾ, ਜਿਹੜਾ ਵੀ ਜਿਸ ਤਰ੍ਹਾਂ ਫੈਂਸੀ ਨੰਬਰ ਹੋ ਗਿਆ 1 2 3 4 5 6 ਸੀਰੀਅਲ ਨੰਬਰ ਨੋਟ ਨੂੰ ਲੱਭਣਾ ਬੜਾ ਔਖਾ, ਲੇਕਿਨ ਫਿਰ ਵੀ ਨਿਗਾਹ ਪੈ ਜਾਂਦੀ ਹੈ ਤੇ ਉਹੋ ਜਿਹੇ ਨੰਬਰਾਂ ਦੇ ਨੋਟ ਮੈਂ ਰੱਖ ਲੈਂਦਾ। ਮਤਲਬ ਇਹਦੀ ਵੀ ਵੈਰਾਈਟੀ ਬਹੁਤ ਜ਼ਿਆਦੀ ਹੈ। ਹਾਂਜੀ ਇਹ 100 ਦੀ ਸੀਰੀਜ਼ ਹੋ ਗਈ, ਨਵੇਂ ਨੋਟ ਵੀ ਹੈ ਤੇ ਪੁਰਾਣੇ ਨੋਟ ਹਾਂਜੀ ਹਾਂਜੀ, ਇਹ ਸਾਰੇ 500 ਦੇ ਜਿਹੜੇ ਨਵੇਂ ਆਏ ਉਹਦੇ ਵਿੱਚ ਵੀ ਸਾਰੇ ਚੌਕਿਆਂ ਵਾਲੇ ਨੋਟ ਆ ਗਏ, ਇਹ ਸਾਰੇ ਪੁਰਾਣੇ ਆ ਜੀ। ਅੱਛਾ, ਇਸ ਜੇ ਕੋਇਨਸ ਦੀ ਗੱਲ ਕਰੀਏ, ਨੋਟਸ ਦੀ ਗੱਲ ਕਰੀਏ, ਗਲਤ ਛਪਾਈ ਤੇ ਸਹੀ ਵਾਲੇ ਜਾਂ ਫੈਂਸੀ ਨੋਟਸ 20 ਸਾਲ ਤਾਂ ਹੋ ਹੀ ਗਏ ਹੁਣ ਇਕੱਠਾ ਕਰਦੇ ਹਨ। ਇਹ ਜ਼ਿਆਦਾ ਮੈਂ 8 ਸਾਲਾਂ ਦਾ ਸੀ ਉਹਨੂੰ ਇਕੱਠਾ ਕਰ ਰਿਹਾ, ਇਸ ਲਈ ਮੇਰੀ ਉਮਰ 55 ਸਾਲ ਦੀ ਉਮਰ ਹੈ। ਮੈਨੂੰ 45 ਸਾਲ ਤੋਂ ਉੱਤੇ ਹੋ ਗਏ ਮੈਨੂੰ ਸਿੱਕੇ ਦੇ ਨੋਟ ਇਕੱਠੇ ਕਰਦੇ। ਸਿੱਕੇ ਦੇ ਪਹਿਲੇ ਸਿੱਕੇ ਤੋਂ ਸ਼ੁਰੂਆਤ ਪਹਿਲੇ ਮੈਂ ਸਿੱਕਿਆਂ ਤੋਂ ਸ਼ੁਰੂਆਤ ਹੋਈ ਸੀ, ਬਾਅਦ ਚ ਜਦੋਂ ਮੇਰੀ ਮੈਂ ਆਪਣੀ ਸ਼ੌਪ ਵੀ ਕੀਤੀ 1987 ਦੇ ਵਿੱਚ ਮੈਂ ਆਪਣੀ ਸ਼ੌਪ ਕੀਤੀ ਬੇਕਰੀ ਦੀ, ਉਦੋਂ 1 2 ਵਾਰੀ ਨੋਟ ਮੇਰੇ ਹੱਥ ਆ ਗਏ ਫੈਂਸੀ ਨੰਬਰ ਵਾਲੇ। ਉਸ ਤੋਂ ਬਾਅਦ ਮੇਰਾ ਹੌਸਲਾ ਵੱਧ ਗਿਆ ਤੇ ਜਿਹੜਾ ਵੀ ਨੋਟ ਆਂਦਾ ਮੈਂ ਆਪਣੇ ਕੋਲ ਰੱਖ ਲੈਂਦਾ। ਅੱਛਾ, ਘਰ ਪਰਿਵਾਰ ਤੇ ਦੋਸਤਾਂ ਦਾ ਕਿੰਨਾ ਕੁ ਯੋਗਦਾਨ ਰਹਿੰਦਾ? ਕਿਉਂਕਿ ਇੱਕ ਹੁੰਦਾ ਨਾ ਕਿ ਇੱਥੇ ਸਾਰੀ ਇਨਵੈਸਟਮੈਂਟ ਕਰੀ ਜਾਣੀ ਤੇ ਬਾਕੀ ਜਿਹੜੀਆਂ ਘਰ ਦੀਆਂ ਹੋਰ ਬਹੁਤ ਸਾਰੀਆਂ ਜ਼ਰੂਰਤਾਂ ਹੁੰਦੀਆਂ, ਉੱਥੇ ਆ ਕੇ ਅਸੀਂ ਥੋੜਾ ਜਿਹਾ ਆਪਣਾ ਹੱਥ ਟਾਈਟ ਕਰਦੇ ਹਾਂ। ਘਰ ਦੀਆਂ ਜ਼ਰੂਰਤਾਂ ਤੇ ਪੂਰੀਆਂ ਕਰੀ ਦੀਆਂ ਹੀ ਆ, ਫਿਰ ਵੀ ਮੇਰੇ ਘਰਦਿਆਂ ਦਾ, ਮੇਰੇ ਭਰਾ ਦਾ, ਮੇਰੇ ਘਰਦਿਆਂ, ਮੇਰੀ ਵਾਈਫ ਦਾ, ਮੇਰੇ ਬੱਚਿਆਂ ਦਾ ਮੇਰੇ ਨਾਲ ਬਹੁਤ ਜ਼ਿਆਦਾ ਯੋਗਦਾਨ ਆ। ਕੋਈ ਉਹਨਾਂ ਕੋਲੋਂ ਵੀ ਕੋਈ ਵੀ ਨੋਟ ਸਿੱਕਾ ਆ ਜਾਂਦਾ ਤੇ ਉਹ ਵੀ ਮੈਨੂੰ ਲਿਆ ਕੇ ਦਿੰਦੇ ਆ। ਜਿਸ ਤਰ੍ਹਾਂ ਮੈਂ ਸ਼ੌਪ ਤੇ ਚਲ ਜਾਂਦਾ, ਹੁਣ ਜਿਸ ਤਰ੍ਹਾਂ ਮੈਂ ਜੰਨਾ ਵਾਲਾ ਸਮਾਨ ਖਿਲਾ ਰਿਹਾ ਵਾ, ਉਹ ਮੇਰੇ ਪੂਰਾ ਉਹ ਖਿੱਚਣਗੇ ਨਹੀਂ, ਕੋਈ ਮੈਨੂੰ ਗੁੱਸਾ ਨਹੀਂ ਕਰਨਗੇ। ਉਹਨਾਂ ਸਮਾਨ ਮੇਰਾ ਸੰਭਾਲਣ ਦੇ ਵਿੱਚ ਮੇਰੀ ਪੂਰੀ ਮਦਦ ਕਰਦੇ ਆ। ਕਦੀ ਉਹਨਾਂ ਨੇ ਮੈਨੂੰ ਇਹੋ ਜਿਹਾ ਨਹੀਂ ਕਿਹਾ, ਕਿਉਂਕਿ ਇਹ ਮੇਰਾ ਸ਼ੌਂਕ ਕੋਈ ਮੈਨੂੰ ਖਰਾਬ ਕਰਨ ਵਾਲਾ ਸ਼ੌਂਕ ਤੇ ਹੈਗਾ ਨਹੀਂ ਹੈ। ਸਿੱਕਾ ਨਾ ਸਿੱਕੇ ਪੈਸਿਆਂ ਦੀ ਫੇਸ ਵੈਲਿਊ ਤੇ ਹੈਗੀ ਹੈ, ਕਦੇ ਕਿਤੇ ਵੀ ਨਹੀਂ ਜਾਣੀ। ਤੇ ਕੋਈ ਕਦੀ ਤੁਹਾਨੂੰ ਐਗਜ਼ੀਬਿਸ਼ਨਸ ਲੱਗਦੀਆਂ ਉੱਥੇ ਤਾਂ ਆਬਵੀਅਸਲੀ ਜਾਂਦੇ ਹੀ ਹੋਵੋਗੇ? ਬਿਲਕੁਲ ਜੀ, ਮੇਰੀਆਂ ਬੜੀਆਂ ਜਗ੍ਹਾ ਤੇ ਐਗਜ਼ੀਬਿਸ਼ਨਾਂ ਲੱਗੀਆਂ। ਮੈਂ ਛੋਟੇ ਅੱਜ ਤੋਂ 10 15 ਸਾਲ ਪਹਿਲਾਂ ਬਹੁਤ ਸਾਰੇ ਸਕੂਲਾਂ ਵਿੱਚ ਲਗਾਉਂਦਾ ਸੀ। ਹੁਣ ਦੁਕਾਨ ਤੋਂ ਟਾਈਮ ਨਹੀਂ ਨਿਕਲਦਾ ਤੇ ਜਾਇਆ ਨਹੀਂ ਜਾਂਦਾ, ਨਹੀਂ ਤਾਂ ਮੈਂ ਕੋਈ ਨਾ ਕੋਈ ਸਕੂਲ ਦੇ ਵਿੱਚ ਐਗਜ਼ੀਬਿਸ਼ਨ ਲਗਾਇਆ। ਮੈਂ ਕਲੱਬ 'ਚ ਵੀ ਲਗਾਈ, ਹੈਰੀਟੇਜ ਕਲੱਬ 'ਚ 2 3 ਵਾਰੀ, ਔਰ ਕਾਫੀ ਜਗ੍ਹਾ ਤੇ ਮੈਂ ਆਪਣੀ ਡਿਸਪਲੇ ਕਰਦਾ ਰਹਿੰਦਾ। ਉੱਥੇ ਕਿੱਦਾਂ ਦਾ ਰਿਸਪੌਂਸ ਮਿਲਦਾ? ਬਹੁਤ ਜ਼ਿਆਦਾ ਰਿਸਪੌਂਸ ਮਿਲਦਾ ਹੈ। ਸਕੂਲਾਂ ਦੇ ਬੱਚੇ, ਸਕੂਲਾਂ ਦੀਆਂ ਮੈਡਮਾਂ, ਪੂਰਾ ਦਾ ਪੂਰਾ ਸਟਾਫ। ਸਟੈਂਪ ਸਾਡਾ ਇੱਕ ਅੰਮ੍ਰਿਤਸਰ ਦੇ ਵਿੱਚ ਸਟੈਂਪਸ ਦੀ ਤੇ ਕੋਇਨਸ ਕਲੈਕਟਰ ਦੀ ਇੱਕ ਉਹ ਮੀਟਿੰਗ ਹੁੰਦੀ ਆ, ਉਹਦੇ ਵਿੱਚ ਸਾਰੇ ਆਪਾਂ ਮਿਲ ਕੇ ਇਕੱਠਾ ਲਗਾਉਂਦੇ ਆ। ਲੇਕਿਨ ਸਟੈਂਪਸ ਵੱਲ ਲੋਕਾਂ ਦਾ ਧਿਆਨ ਘੱਟ ਹੁੰਦਾ ਤੇ ਕਰੰਸੀ ਨੋਟ ਤੇ ਸਿੱਕਿਆਂ ਵਾਲੇ ਪਾਸੇ ਬਹੁਤ ਜ਼ਿਆਦਾ ਧਿਆਨ ਹੁੰਦਾ। ਬੜੀ ਜ਼ਿਆਦਾ ਲੋਕ ਸ਼ਲਾਘਾ ਕਰਦੇ। ਕਿਉਂਕਿ ਨਾ ਸਟੈਂਪਸ ਦੀ ਜੇ ਗੱਲ ਕਰੀਏ ਤੇ ਸਟੈਂਪਸ ਬਾਰੇ ਕੁਝ ਜ਼ਿਆਦਾ ਇੰਟਰਸਟਿੰਗ ਨਹੀਂ ਲੱਗਦਾ ਕਿ ਠੀਕ ਹੈ ਸਟੈਂਪਸ ਹੈਗੀਆਂ, ਠੀਕ ਹੈ ਦੇਖ ਲਿਆ, ਮਤਲਬ ਯੂਜੂਅਲ ਜਿਹਾ ਲੱਗਦਾ। ਪਰ ਇਹ ਤੇ ਕਿਉਂਕਿ ਪੈਸੇ ਦੀ ਦਿਖੀ ਇਦਾਂ ਦੀ, ਭਾਵੇਂ ਉਹ ਗਲਤ ਛਪਿਆ ਭਾਵੇਂ ਸਹੀ ਛਪਿਆ ਹੋਇਆ, ਪਰ ਉਹ ਜਿਹਦਾ ਨਾਮ ਹੀ ਪੈਸਾ ਹੈ ਨਾ, ਤੇ ਉਹ ਮਾਇਆ ਨੂੰ ਤਾਂ ਹਰ ਕੋਈ ਮਾਇਆ ਮੋਹਣੀ ਹੈ। ਹਾਂਜੀ ਹਾਂਜੀ, ਸਿੱਧੀ ਨਜ਼ਰ ਪੈ ਜਾਂਦੀ ਜੀ ਉਹਦੇ ਤੇ। ਮੈਂ ਸਟੈਂਪਸ ਵੀ ਇਕੱਠੀਆਂ ਕਰਨਾ, ਸਟੈਂਪਸ ਵੀ ਉਹ ਇਕੱਠੀਆਂ ਕਰਨਾ ਜਿਹਦੇ ਤੇ ਸਿੱਕੇ ਜਾਂ ਨੋਟ ਦੀ ਫੋਟੋ ਹੁੰਦੀ ਹੈ। ਸਿੱਕੇ ਜਾਂ ਨੋਟ ਦੀ ਫੋਟੋ ਹੁੰਦੀ ਹੈ। ਕੋਇਨਸ ਤੇ ਕਰੰਸੀ ਨੋਟਾਂ ਤੋਂ ਇਲਾਵਾ ਮੈਨੂੰ ਸਟੈਂਪਸ ਦਾ ਵੀ ਸ਼ੌਂਕ ਹੈ। ਮੈਂ ਸਟੈਂਪਸ ਸਿਰਫ ਉਹੀ ਇਕੱਠੀਆਂ ਕਰਨਾ ਜਿਹਦੇ ਉੱਤੇ ਕੋਇਨਸ ਤੇ ਕਰੰਸੀ ਨੋਟਾਂ ਦੀ ਫੋਟੋ ਹੁੰਦੀ ਹੈ। ਔਰ ਇਹ ਕੁਝ ਕੰਟਰੀਆਂ ਦੀਆਂ ਮੇਰੇ ਕੋਲ ਕੋਇਨਸ ਤੇ ਜਿਹਦੇ ਰਿਲੇਟਡ ਹੈਗੀਆਂ ਡਾਕ ਟਿਕਟਾਂ, ਉਹ ਮੇਰੀ ਕਲੈਕਸ਼ਨ ਦੇ ਵਿੱਚ। ਡਾਕ ਟਿਕਟਾਂ ਦੀ ਵੀ ਕਲੈਕਸ਼ਨ ਬਹੁਤ ਜ਼ਿਆਦੀ ਹੈ ਨਾ? ਹਾਂਜੀ, ਡਾਕ ਟਿਕਟਾਂ ਦੀ ਕਲੈਕਸ਼ਨ ਬਹੁਤ ਜ਼ਿਆਦਾ ਹੈ ਜੀ, ਪਰ ਸਾਰੇ ਪਾਸੇ ਧਿਆਨ ਨਹੀਂ ਦਿੱਤਾ ਜਾਂਦਾ, ਇਸ ਕਰਕੇ ਮੇਰਾ ਧਿਆਨ ਐਸੇ ਪਾਸੇ ਹੀ ਹੈਗਾ ਜ਼ਿਆਦਾ। ਜੀ, ਇਹ ਡਾਕ ਟਿਕਟਾਂ ਵੀ ਇੰਡੀਆ ਦੀਆਂ ਡਾਕ ਟਿਕਟਾਂ? ਹਾਂ, ਇੰਡੀਆ ਦੀਆਂ ਵੀ ਹੈ ਤੇ ਫੋਰਨ ਦੀਆਂ ਵੀ ਹੈਗੀਆਂ। ਜੇ ਉਹੀ ਇਕੱਠੀਆਂ ਕਰਨਾ ਜਿਹਦੇ ਉੱਤੇ ਸਟੈਂਪਸ ਦੀ ਉਹਦੇ ਫੋਟੋ ਹੁੰਦੀ, ਇਸ ਤਰ੍ਹਾਂ ਨਾ ਦੇਖੋ ਫਸਟ ਇੱਕ ਕਵਰ ਹੈਗਾ ਵਾ, ਇਹਦੇ ਵਿੱਚ 2 ਦਾ ਨੋਟ ਪਾ ਕੇ ਕੈਂਸਲੇਸ਼ਨ ਕੀਤੀ ਹੋਈ ਹੈ ਜੀ। ਇਹਦੇ ਬਾਰੇ ਦੁਬਾਰਾ ਦੱਸਿਓ ਜਿਹੜਾ ਮੈਂ। ਇਹ ਫਸਟ ਇੱਕ ਕਵਰ ਹੁੰਦਾ ਜੀ, ਉਸੇ ਸੇਮ ਜਿਸ ਦਿਨ ਰਿਲੀਜ਼ ਹੁੰਦਾ ਸੇਮ ਡੇ ਉਹਨੂੰ ਸਟੈਂਪ ਲਾ ਕੇ ਉਸੇ ਦਿਨ ਕੈਂਸਲੇਸ਼ਨ ਕੀਤੀ ਜਾਂਦੀ ਹੈ। ਆਸਟ੍ਰੇਲੀਆ ਦਾ ਹੈਗਾ ਜਿਹੜਾ ਮੇਰੀ ਕਲੈਕਸ਼ਨ 'ਚ ਸ਼ਾਮਲ ਹੈ।
ਮਹਾਰਾਜਾ ਰਣਜੀਤ ਸਿੰਘ ਦੇ ਸਿੱਕਿਆਂ ਦੀ ਫੋਟੋ ਹੈ ਜੀ ਇਹਦੇ ਤੇ। ਬਾਬਾ ਬੰਦਾ ਸਿੰਘ ਦੀ ਬਹਾਦਰ ਇਹਨਾਂ ਤੇ ਵੀ ਸਿੱਕਿਆਂ ਦੀ ਫੋਟੋ ਹੈ ਸੇਮ ਉਹਦੇ। ਬਾਬਾ ਆ ਫੜਾਈ ਜੀ, ਬਾਬਾ ਬੰਦਰ ਸਿੰਘ ਬਹਾਦਰ ਜੀ ਦੇ ਇਹ ਸਟੈਂਪਸ ਨੇ ਹਾਂਜੀ ਜੀ, ਟਿਕਟਾਂ ਦੇ ਫੋਟੋ ਲੱਗੀ ਹੋਈ ਹੈ। ਇਹ ਬਰੇਲ ਭਾਸ਼ਾ ਵਾਲੇ ਦੇ ਜਿਹੜਾ ਸਿੱਕਾ ਸੀ ਉਹਦੇ ਵਿੱਚ ਪਿਆ ਹੋਇਆ ਜੀ, 2 ਰੁਪਏ ਦਾ ਸਿੱਕਾ। ਇਹ ਆ ਕੀ ਚੀਜ਼ ਹੈ? ਇਹ ਵੀ ਕੋਇਨਸ ਹੈਗੇ, ਕੋਇਨਸ ਦੀਆਂ ਫੋਟੋਆਂ ਮੈਂ ਜੀ। ਪਰ ਇਹ ਕਲਰਡ ਹੈ ਇਹ, ਅੱਛਾ ਕੋਇਨਸ ਦੀਆਂ ਹੀ ਫੋਟੋਆਂ। ਇਹਨਾਂ ਦਾ ਵੀ ਜੇ ਸਟੈਂਪਸ ਦੀ ਗੱਲ ਕਰੀਏ, ਸਟੈਂਪਸ ਦੇ ਵਿੱਚ ਵੀ ਬਹੁਤ ਵੈਰਾਈਟੀ ਹੁੰਦੀ। ਤੁਸੀਂ ਇਹਦੇ ਵਿੱਚ ਚੂਜ਼ ਕੀਤਾ ਹੈ ਕਿ ਜਿਨ੍ਹਾਂ ਦੇ ਉੱਪਰ ਕੋਇਨਸ ਜਾਂ ਉਹਦੇ ਸਟੈਂਪਸ ਲੱਗੇ ਹੋਣ, ਸਟਿੱਕਰਸ ਲੱਗੇ ਹੋਣ ਜਾਂ ਕੋਇਨਸ ਲੱਗੇ ਹੋਣ, ਉਹ ਤੁਸੀਂ ਸਿਲੈਕਟ ਕਰਦੇ ਹੋ। ਹਾਂਜੀ, ਜੋ ਮੇਰੀ ਕਲੈਕਸ਼ਨ ਦੇ ਨਾਲ ਰਿਲੇਟਡ ਹੈਗਾ, ਇਸ ਕਰਕੇ ਮੈਂ ਉਹ ਵਾਲੇ ਸ਼ਾਮਲ ਕੀਤਾ। ਪਰ ਸਟੈਂਪਸ ਦੇ ਬਾਰੇ ਵੀ ਕਹਿੰਦੇ ਨੇ ਕਿ ਜੇ ਕੋਇਨਸ ਕੋਈ ਰੱਖਦਾ ਹੈ, ਕਈਆਂ ਨੇ ਬਹੁਤ ਚੀਜ਼ਾਂ ਰੱਖੀਆਂ ਨੇ, ਪਰ ਉਹਦੇ ਬਾਰੇ ਸਾਨੂੰ ਵਿਸਤਾਰਪੂਰਵਕ ਜਾਣਕਾਰੀ ਹੋਣੀ ਚਾਹੀਦੀ ਹੈ। ਹਾਂਜੀ ਬਿਲਕੁਲ ਜੀ, ਉਹਦੇ ਕੈਟਾਲੌਗ ਆਉਂਦੇ ਉਹਦੇ ਵਿੱਚ ਸਾਰੀ ਜਾਣਕਾਰੀ, ਲੇਕਿਨ ਟਾਈਮ ਮੰਗਦੀ ਹਰ ਚੀਜ਼, ਇੰਨਾ ਟਾਈਮ ਅਸੀਂ ਦੇ ਨਹੀਂ ਪਾਉਂਦੇ, ਇਸ ਕਰਕੇ ਮੈਂ ਸਿਰਫ ਇਹੋ ਹੀ ਇਕੱਠੀਆਂ ਫਿਰ ਕੋਈ ਸਟੱਡੀ ਵੀ ਕਰਦੇ ਹੋ? ਬਿਲਕੁਲ ਸਟੱਡੀ ਕਰੀ ਦੀ ਹੈ, ਕਿਤਾਬਾਂ ਆਈਆਂ ਕੋਇਨਸ ਦੀਆਂ ਤੇ ਕਰੰਸੀ ਨੋਟਾਂ ਦੀਆਂ, ਮੇਰੇ ਕੋਲ ਸਟੱਡੀ ਕਿਤਾਬਾਂ ਆਈਆਂ ਨੇ, ਟਾਈਮ ਟੂ ਟਾਈਮ ਨਿਕਲਦੀਆਂ ਰਹਿੰਦੀਆਂ। ਉਹਦੇ ਵਿੱਚ ਪੂਰੀ ਡਿਟੇਲ ਹੁੰਦੀ ਹੈ ਕਿ ਕਿਹੜੇ ਗਵਰਨਰ ਨੇ ਕਿਹੜੀ ਟਾਈਮ ਤੇ ਕਿਹੜਾ ਨੋਟ ਛਾਪਿਆ। ਇਹਦੀਆਂ ਵੀ ਕਿਉਂਕਿ ਬਿਨਾਂ ਜਾਣਕਾਰੀ ਤੋਂ ਵੀ ਗੱਲ ਨਹੀਂ ਨਾ ਬਣਦੀ ਕਿ ਤੁਸੀਂ ਚੀਜ਼ਾਂ ਇਕੱਠੀਆਂ ਕੀਤੀਆਂ ਹੋਈਆਂ ਤੇ ਤੁਹਾਨੂੰ ਸਮਾਨ ਦਾ ਪਤਾ ਹੀ ਨਹੀਂ, ਵੇਰਵਾ ਹੀ ਨਹੀਂ ਪਤਾ ਹੈ। ਕਿਤਾਬ ਹੈਗੀ ਹੈ ਜੀ, ਇਹਦੇ ਵਿੱਚ ਕਿਹੜਾ ਗਵਰਨਰ ਨੇ ਕਿਹੜਾ ਸੀਰੀਜ਼ ਦਾ ਨੋਟ ਛਾਪਿਆ, ਉਹਦੇ ਹਿਸਾਬ ਸੀ ਲੱਗੇ। ਅੱਜ ਤੱਕ ਹਿੰਦੁਸਤਾਨ ਦੇ ਕਿਹੜਾ ਨੋਟ ਛਪਿਆ, ਕਿਹੜੀ ਸ਼ਕਲ ਦਾ, ਕਿੰਨਾ ਉਹਦਾ ਬਕਾਇਦਾ ਵੇਟ ਤੱਕ, ਜੋ ਆਕਾਰ ਪ੍ਰਕਾਰ ਜਿਹੜਾ ਰੰਗ ਹੈ, ਸਾਰੀਆਂ ਡਿਟੇਲ ਹੈਗੀ ਹੈ ਕਿਤਾਬਾਂ ਦੇ ਵਿੱਚ। ਔਰ ਮੈਂ ਉਹਦੇ ਹਿਸਾਬ ਸਿਰ ਵੀ ਕਲੈਕਸ਼ਨ ਕੀਤੀ ਹੈ ਜੀ, ਪ੍ਰੀਫਿਕਸ ਦੇ ਹਿਸਾਬ ਸਿਰ, ਸਭ ਪ੍ਰੀਫਿਕਸ ਦੇ ਹਿਸਾਬ ਸਿਰ ਕਲੈਕਸ਼ਨ ਹੈ। ਸ਼ਗਨਾਂ ਦੀ ਜੇ ਗੱਲ ਆਉਂਦੀ ਹੈ ਤੇ ਸ਼ਗਨਾਂ ਦੇ ਵਿੱਚ ਜਿੱਥੇ ਗਹਿਣੇ ਦਿੱਤੇ ਜਾਂਦੇ ਨੇ, ਉੱਥੇ ਕੋਇਨ, ਸਟੈਂਪਸ ਤੇ ਇਹ ਸਾਰੀਆਂ ਚੀਜ਼ਾਂ ਵੀ ਸ਼ਗਨਾਂ ਦੇ ਰੂਪ ਦੇ ਵਿੱਚ ਹੁੰਦੀਆਂ। ਪਰ ਉਹ ਸ਼ਗਨ ਜਿਹੜੇ ਆਪਣੇ ਹੱਥੀਂ ਜੋੜ ਕੇ ਆਪਣੇ ਇਹਨਾਂ ਸੰਦੂਕਾਂ ਦੇ ਵਿੱਚ ਰੱਖੇ ਹੋਣ, ਆਪਣੇ ਹੱਥ ਨਾਲ ਜੋੜੇ ਹੋਣ, ਤੇ ਕਿੰਨਾ ਜ਼ਿਆਦਾ ਮੋਹ ਤੇ ਪਿਆਰ ਹੁੰਦਾ ਇਹਨਾਂ ਚੀਜ਼ਾਂ ਦੇ ਨਾਲ। ਹੋਰ ਬਹੁਤ ਸਾਰੀ ਗੱਲਬਾਤ ਬ੍ਰੇਕ ਤੋਂ ਬਾਅਦ। ਬੋਲੇ ਸੋਨੇ ਹਾਲ ਸਤਿ ਸ੍ਰੀ ਅਕਾਲ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਹੈ ਜੀ ਪ੍ਰੋਗਰਾਮ ਅਨਮੋਲ ਖਜ਼ਾਨਾ। ਔਰ ਸ਼ਾਂਤੀ ਸਰੂਪ ਜੀ ਦੇ ਨਾਲ ਗੱਲਬਾਤ ਕਰ ਰਹੇ ਸੀ, ਉਹਨਾਂ ਦੇ ਖਜ਼ਾਨੇ ਚੋਂ ਵੱਖਰੇ ਜਿਹੜੇ ਕਲੈਕਸ਼ਨ ਹੈ ਉਹਦੇ ਬਾਰੇ ਤੁਹਾਨੂੰ ਰੂਬਰੂ ਕਰਾ ਰਹੇ ਸੀ। ਹੋਰ ਕੀ ਹੈ ਖਾਸ, ਆਓ ਦੇਖਦੇ ਹਾਂ। ਇਸ ਕਲੈਕਸ਼ਨ ਦਾ ਮੇਰਾ ਇੱਕ ਹਿੱਸਾ ਜੀ ਹੈ ਗੁਰਤਾ ਗੱਦੀ ਦੇ ਜਿਹੜੇ ਰਿਲੀਜ਼ ਹੋਏ ਸੀ, SGPC ਜੀ ਕੱਢੇ ਸੀ, ਰਿਲੇਟਡ ਸਿੱਖੀਜ਼ਮ ਨਾਲ ਰਿਲੇਟਡ ਹੋ ਗਏ ਸਿੱਕੇ ਜੀ। ਮੇਰੀ ਕਲੈਕਸ਼ਨ ਵਿੱਚ ਹੈ ਮਹਾਰਾਜਾ ਰਣਜੀਤ ਸਿੰਘ ਦੇ ਸਿੱਕੇ ਆ, ਜਿਹੜੇ ਹਿੰਦੀ 'ਚ ਵੀ, ਉਰਦੂ 'ਚ, ਪੰਜਾਬੀ 'ਚ, ਸਾਰੀਆਂ ਭਾਸ਼ਾਵਾਂ ਵਿੱਚ ਉਹਨਾਂ ਦੀ ਜ਼ਮਾਨੇ ਦੇ ਵਿੱਚ ਸਿੱਕੇ ਚੱਲਦੇ ਸੀ ਹੋ ਗਏ। ਇਹ ਇਹਨਾਂ ਭਾਸ਼ਾ ਦੀ ਤੁਹਾਨੂੰ ਸਮਝ ਆ ਜਾਂਦੀ ਹੈ? ਬਿਲਕੁਲ ਜੀ, ਥੋੜੀ ਬਹੁਤੀ ਕਿਤਾਬ ਚੋਂ ਪੜ੍ਹ ਕੇ ਜਾਂ ਥੋੜਾ ਬਹੁਤਾ ਜਾਂ ਕਿਸੇ ਕੋ ਪੁੱਛ ਕੇ ਕੁਝ ਨਾ ਕੁਝ ਪਤਾ ਲੱਗ ਹੀ ਜਾਂਦਾ ਵੇ। ਵਾਕਈ ਕਹਿੰਦੇ ਜਦੋਂ ਬੰਦਾ ਜਿਹੜੇ ਕੰਮ ਵੱਲ ਪੈ ਜਾਵੇ ਨਾ, ਉਹਨੂੰ ਸ਼ੌਂਕ ਪੈ ਜਾਵੇ, ਤੇ ਫਿਰ ਵਾਕਈ ਉਹਨਾਂ ਚੀਜ਼ਾਂ ਦੀ ਸਮਝ ਆਪਣੇ ਆਪ ਲੱਗਣ ਲੱਗ ਜਾਂਦੀ ਹੈ। ਭਗਤ ਸਿੰਘ ਦਾ ਸਿੱਕਾ ਜੀ, 100 ਰੁਪਏ ਦਾ ਸਿੱਕਾ ਤੇ 5 ਰੁਪਏ ਦਾ ਸਿੱਕਾ। ਹੁਣ ਸਾਰੇ ਕਮੈਮੋਰੇਟਿਵ ਕੋਈ ਨਾ, ਜਿਹੜੇ ਗਵਰਨਮੈਂਟ ਟਾਈਮ ਤੇ ਕੱਢਦੀ ਰਹਿੰਦੀ ਹੈ। 75 ਰੁਪਏ ਦਾ ਸਿੱਕਾ ਵਾ ਜੀ, RBI ਦੀ ਜਿਹੜਾ 75ਵੀਂ ਪਲੈਟੀਨਮ ਜੁਬਲੀ ਦਾ ਮਨਾਇਆ ਗਿਆ ਸੀ। ਇਹ ਹੈਗਾ ਜਿਹੜੇ ਹੈਗਾ ਕਿ ਸ਼ਿਵਾਜੀ ਮਰਾਠਾ ਦਾ ਸਿੱਕਾ ਵਾ ਜੀ, 5 ਰੁਪਏ ਦਾ ਸਿੱਕਾ, 2 ਰੁਪਏ ਦਾ ਸਿੱਕਾ, 50 ਰੁਪਏ ਦਾ ਸਿੱਕਾ ਤੇ 100 ਰੁਪਏ ਦਾ ਸਿੱਕਾ ਵਾ ਜੀ। ਮੇਰੇ ਹੱਥ 'ਚ ਇੱਕ ਬ੍ਰਿਕ ਫੜੀ ਹੈ ਜੀ। ਇਹ ਜਿਹੜੇ ਆਪਾਂ ਜਿੰਨੇ ਵੀ ਕਟੇ ਫਟੇ ਨੋਟ RBI ਤੇ ਵਾਪਸ ਜਾਂਦੇ ਆ, RBI ਉਹਨੂੰ ਸੁੱਟਦੀ ਨਹੀਂ, ਉਹਨਾਂ ਨੂੰ ਮਸ਼ੀਨਾਂ ਦੇ ਵਿੱਚ ਕ੍ਰਸ਼ ਕਰਕੇ ਉਹਦੇ ਵਿੱਚ ਕੁਝ ਕੈਮੀਕਲ ਪਾ ਕੇ ਪ੍ਰੈਸ ਕਰਕੇ ਵੱਡੀਆਂ ਜਿਹੜੀਆਂ ਮਸ਼ੀਨਾਂ ਦੇ ਨਾਲ ਉਹਨਾਂ ਦਾ ਇਹੋ ਜਿਹੀਆਂ ਬ੍ਰਿਕਾਂ, ਹੋਰ ਕਈ ਤਰ੍ਹਾਂ ਦੀਆਂ ਚੀਜ਼ਾਂ ਬਣਾਉਂਦੀਆਂ। ਜਿਸ ਤਰ੍ਹਾਂ ਇਹ ਡਸਟ ਹੈਗੀ ਹੈ ਮੇਰੇ ਹੱਥ ਦੇ ਵਿੱਚ, ਇਹ ਵੀ ਸੇਮ ਨੋਟਾਂ ਨੂੰ ਕ੍ਰਸ਼ ਕੀਤੀ ਹੈ। ਔਰ ਇਸ ਤੋਂ ਇਲਾਵਾ ਕਈ ਕੁਝ ਚੀਜ਼ਾਂ ਬਣਾਉਂਦੀਆਂ, ਪੇਪਰ ਵੇਟ ਬਣਾਉਂਦੀ ਹੈ, ਮੇਜ਼ ਕੁਰਸੀ ਤੱਕ ਇਹਦੀ ਚੀਜ਼ ਤੇ ਬਣਦੇ ਆ। ਨਹੀਂ, ਉਹਨੂੰ ਕ੍ਰਸ਼ ਕਰਨ ਤੋਂ ਬਾਅਦ ਫਿਰ ਇਹਦਾ ਬਣਦਾ ਕੀ ਹੈ, ਗਾਂ ਯੂਜ਼ ਹੁੰਦਾ? ਬਿਲਕੁਲ ਜੀ, ਉੱਥੇ ਦੀਆਂ ਇਹ ਫਾਇਰ ਬ੍ਰਿਕ, ਇਹ ਕਿਸਮ ਦੀ ਬ੍ਰਿਕ ਬਣੀ ਹੈ। ਉੱਥੇ ਦੀਆਂ ਕਈ ਜਿਸ ਤਰ੍ਹਾਂ ਫੈਕਟਰੀਆਂ ਦੇ ਵਿੱਚ ਇਹਨੂੰ ਜਲਾਉਣ ਦੇ ਵੀ ਕੰਮ ਲਿਆਇਆ ਜਾਂਦਾ। ਅੱਛਾ ਜੀ। ਇਹਦੇ ਵਿੱਚ ਕੈਮੀਕਲ ਪਏ ਹੁੰਦੇ, ਉਹ ਪ੍ਰੈਸ ਕਰਦੇ ਤਾਂ ਕਿ ਇਹਦਾ ਮਿਸਯੂਜ਼ ਨਾ ਹੋ ਸਕੇ। ਕੱਲਾ ਤੁਹਾਨੂੰ ਨੋਟ ਦਾ, ਹਰ ਨੋਟ ਦਾ ਕੋਈ ਨਾ ਕੋਈ ਪੀਸ ਤੁਹਾਨੂੰ ਨਜ਼ਰ ਆਏਗਾ ਇਹਦੇ ਵਿੱਚ। ਤੇ ਅੰਕਲ ਜੀ, ਇਸ ਤੋਂ ਇਲਾਵਾ
ਹੋਰ ਕੀ ਵੱਖਰਾ ਹੈ, ਹੋਰ ਕੀ ਖਾਸ ਹੈ ਜਿਹੜਾ ਤੁਹਾਨੂੰ ਲੱਗਦਾ ਕਿ ਸਿਰਫ ਤੁਹਾਡੇ ਕੋਲ ਹੈ ਤੇ ਉਹ ਕਲੈਕਸ਼ਨ ਜਿਹੜੀ ਯੂਨੀਕ ਹੈ ਔਰ ਤੁਸੀਂ ਅਕਾਲ ਚੈਨਲ ਦੇ ਮਾਧਿਅਮ ਦੇ ਰਾਹੀਂ ਦਿਖਾਉਣਾ ਚਾਹੁੰਦੇ ਹੋ? ਵੱਡੇ ਨੋਟ ਵੀ ਇੱਥੇ, ਵੱਡੇ ਨੋਟਾਂ ਦੀ ਵੀ ਬਹੁਤ ਸਾਰੀ ਵੈਰਾਈਟੀ ਪਈ ਹੈ। ਇਹ ਮੇਰੇ ਹੱਥ ਦੇ ਵਿੱਚ ਹੈ ਨੋਟ ਹੈ ਜੀ, 10 ਰੁਪਏ ਦਾ ਨੋਟ ਹੈ, ਔਰੇਂਜ ਕਲਰ ਦਾ ਨੋਟ ਹੈ। ਇਹ ਗਲਫ ਇਸ਼ੂ ਇਹਨੂੰ ਕਹਿੰਦੇ ਆ, ਜਿਹੜਾ ਹਿੰਦੁਸਤਾਨ ਤੋਂ ਬਾਹਰ ਹੱਜ ਕਰਨ ਜਾਂਦੇ ਸੀ ਅਰਬ ਕੰਟਰੀ ਦੇ ਵਿੱਚ, ਉੱਥੇ ਇਹ ਹਿੰਦੁਸਤਾਨ ਦਾ ਨੋਟ ਚੱਲਦਾ ਸੀ। ਜੀ ਅੱਜ ਤੋਂ 40-45 ਸਾਲ ਪਹਿਲਾਂ ਮਤਲਬ ਕਿ ਇਹ ਚੱਲਦਾ ਸੀ, ਬਾਅਦ ਦੇ ਵਿੱਚੋਂ ਇਹ ਇੰਡੀਆ 'ਚ ਨਾ ਬਦਲ ਲੈਂਦੇ ਸੀ ਨੋਟ। ਇਹ 100 ਦਾ ਪੁਰਾਣਾ ਨੋਟ ਹੈ ਜੀ, ਵੱਖਰੇ ਵੱਖਰੇ ਸਟਾਈਲ ਹੈ ਇਹਦੇ ਮਗਰ ਡੈਮ ਹੈਗਾ ਵਾ, ਇਹਨਾਂ ਦੇ ਮਗਰ ਹਾਥੀ ਹੈਗਾ ਵਾ। ਇਹ 1000 ਰੁਪਏ ਦਾ ਪੁਰਾਣਾ ਨੋਟ ਹੈ ਜੀ, ਇਹ 1978 ਦੇ ਵਿੱਚ ਬੰਦ ਹੋ ਗਿਆ ਸੀ ਮੁਰਾਦ ਜੀ ਦੇਸਾਈ ਜੀ ਦੇ ਟਾਈਮ ਤੇ। ਜੀ ਨੋਟ 5000 ਦਾ ਵੀ ਹੁੰਦਾ ਸੀ, ਨੋਟ 10000 ਦਾ ਵੀ ਹੁੰਦਾ ਸੀ। ਇਹ ਤਿੰਨੋਂ ਨੋਟ 1978 ਦੇ ਵਿੱਚ ਬੰਦ ਹੋਏ, ਉਸ ਤੋਂ ਬਾਅਦ ਹੁਣ ਦੁਬਾਰਾ 1918 ਦੇ ਵਿੱਚ ਆ ਕੇ ਬੰਦ ਹੋਏ। ਇਹ 100 ਰੁਪਏ ਦਾ ਪੁਰਾਣਾ ਨੋਟ ਹੈ, ਇਹ ਵੀ ਪੁਰਾਣੇ ਨੋਟ ਹੈ। ਇਹ ਹਾਲੇ ਤੱਕ ਬੰਦ ਨਹੀਂ ਹੋਏ। RBI ਲੈ ਤੁਸੀਂ ਬੈਂਕ ਦੇ ਵਿੱਚ ਲੈ ਜਾਓ, ਤੁਹਾਨੂੰ ਮਨਾ ਨਹੀਂ ਕਰ ਸਕਦਾ, ਹਾਲੇ ਬੰਦ ਨਹੀਂ ਹੋਏ। ਇਹ ਪੁਰਾਣੇ 100 ਰੁਪਏ ਦਾ ਪੁਰਾਣਾ ਨੋਟ, ਨੋਟ ਹੈ। ਠੀਕ ਹੈ ਜੀ। ਹੁਣ ਦੇ ਬੱਚਿਆਂ ਨੇ ਤਾਂ ਆਉਣ ਵਾਲਿਆਂ ਪੀੜ੍ਹੀਆਂ ਨੇ ਤੇ ਦੇਖਣੇ ਹੀ ਨਹੀਂ ਵੀ ਏਡੇ ਵੱਡੇ ਨੋਟ। ਕੋਇਨਸ ਦੀ ਗੱਲ ਹੋ ਗਈ ਹੈ, ਸਟੈਂਪਸ ਦੀ ਗੱਲ ਹੋ ਗਈ ਹੈ, ਨੋਟਾਂ ਦੀ ਗੱਲ ਹੋ ਗਈ ਹੈ, ਫੈਂਸੀ ਨੰਬਰਸ ਨੇ, ਸੀਰੀਜ਼ ਨੇ। 786 ਦੇ ਬਹੁਤ ਸਾਰੀ ਲੰਬੀ ਸੀਰੀਜ਼ ਸੀ, ਕੋਇਨਸ ਦੇ ਵਿੱਚ ਬਹੁਤ ਸਾਰੀ ਵੈਰਾਈਟੀ ਸੀ, ਸਟੈਂਪ ਦੇ ਵਿੱਚ ਵੀ ਬਹੁਤ ਸਾਰੀ ਵੈਰਾਈਟੀ ਸੀ। ਇੱਕ ਹੈ ਮੈਂ ਸਿੱਕਿਆਂ ਦੇ ਨਾਲ ਹੀ ਤਿੰਨੋਂ ਕੰਟਰੀਆਂ ਦੇ ਲੋਗੋ ਬਣਾਇਆ, ਇੰਡੀਆ ਦਾ, ਬ੍ਰਿਟੇਨ ਦਾ, ਅਮਰੀਕਾ ਦਾ, ਉਹਨਾਂ ਦੇ ਸਿੱਕਿਆਂ ਦੇ ਨਾਲ ਹੀ ਬਣਾਇਆ। ਜਦੋਂ ਇੰਡੀਆ ਦੇ ਰੁਪੀਸ ਦੇ ਲੋਗੋ ਵਾਲਾ ਸਿੱਕੇ ਨਵੇਂ ਆਏ ਸੀ, ਉਦੋਂ ਮੈਂ ਉਹੀ ਲੋਗੋ ਵਾਲੇ ਸਿੱਕਿਆਂ ਦੇ ਨਾਲ ਇੰਡੀਆ ਦੇ ਲੋਗੋ ਬਣਾਇਆ ਸੀ, ਨੋਟਾ ਕਰੰਸੀ ਦਾ ਲੋਗੋ। ਇਹ 10 ਦਾ 2 10 ਦਾ, 1 ਦਾ, 2 ਦਾ। ਅੱਛਾ, 10 1 ਤੇ 2 ਦਾ। ਜੀ ਹੋਰ ਕੀ ਹੈ ਖਾਸ? ਐਂਡਿੰਗ ਨੰਬਰ 786 ਵਾਲੇ ਨੋਟ ਹੈ ਜੀ, ਮੇਰੀ ਕਲੈਕਸ਼ਨ ਦਾ ਹਿੱਸਾ। ਵੱਖਰੇ ਵੱਖਰੇ ਸਟਾਈਲ ਨਾਲ 786 ਨੰਬਰ, ਜਿਹਦੇ ਮਗਰ 786 ਪੈਂਦਾ, 000 786 786 000 786 786, ਇਸ ਤਰ੍ਹਾਂ ਹੀ ਵੱਖਰੇ ਵੱਖਰੇ 1 ਤੋਂ ਲੈ ਕੇ 100 ਤੱਕ ਦੀ ਗਿਣਤੀ ਦੇ ਨਾਲ ਐਂਡ ਦੇ 786 ਜਿਹਦੇ ਵੀ ਮਗਰ ਆਉਂਦਾ, ਉਹ ਵਾਲੇ ਨੋਟ ਮੇਰੀ ਕਲੈਕਸ਼ਨ ਦਾ ਹਿੱਸਾ। ਇਹ ਸਾਰੀ ਮਤਲਬ ਦੱਥੀ ਜਿਹੜੀ ਹੈ 786 ਦੀ ਸੀਰੀਜ਼ ਦੇ, ਕਿਸੇ ਦੇ ਅਗਲੇ ਬੰਨੇ, ਕਿਸੇ ਦੇ ਪਿਛਲੇ, ਕਿਸੇ ਦੇ ਮਿਡ ਦੇ ਵਿੱਚ ਹੈ ਜੀ। ਸ਼ਾਂਤੀ ਸਰੂਪ ਜੀ ਨੇ ਬਹੁਤ ਸਾਰੀਆਂ ਚੀਜ਼ਾਂ ਸਾਨੂੰ ਦਿਖਾਈਆਂ ਨੇ, ਹਰ ਇੱਕ ਚੀਜ਼ ਜਿਹੜੀ ਹੈ ਤਰਤੀਬ ਵੰਡ ਅਨੁਸਾਰ ਲਾਈ ਹੈ। ਕੀਮਤ ਹੈ, ਮਿਹਨਤ ਹੈ, ਸਮਾਂ ਹੈ, ਦਿਮਾਗ ਹੈ, ਔਰ ਹਰ ਚੀਜ਼ ਨੂੰ ਘੋਖ ਕੇ ਸਾਂਭਿਆ ਹੋਇਆ, ਔਰ ਉਹ ਚੀਜ਼ ਦੀ ਨੌਲੇਜ ਵੀ ਹੈ। ਕਿਉਂਕਿ ਕੱਲੀ ਚੀਜ਼ ਦੀ ਜਾਣਕਾਰੀ ਹੋਣਾ, ਉਹਨੂੰ ਸਾਂਭਣਾ, ਸੁਰੱਖਿਅਤ ਰੱਖਣਾ ਤੇ ਆਉਣ ਵਾਲੀਆਂ ਪੀੜ੍ਹੀਆਂ ਤੱਕ ਇਹ ਮੈਸੇਜ ਦੇਣਾ ਕਿ ਸਾਡੀਆਂ ਜਿਹੜੀਆਂ ਜੜ੍ਹਾਂ ਦੇ ਨਾਲ ਪੁਰਾਤਨ ਵਿਰਾਸਤੀ ਇਹ ਸਮਾਨ ਹੈ, ਇੱਕ ਖਜ਼ਾਨਾ ਹੈ ਜੋ ਸਾਨੂੰ ਇਹਨਾਂ ਨੇ ਸਾਂਭ ਕੇ ਰੱਖਿਆ ਹੋਇਆ, ਕਿ ਜਦੋਂ ਵੀ ਕਦੀ ਕੋਈ ਦੇਖਣ ਆਵੇ ਤੇ ਦਿਖਾਉਣ ਲੱਗਿਆ ਵੀ ਇਹਨਾਂ ਨੂੰ ਮਾਣ ਮਹਿਸੂਸ ਹੋਵੇ ਤੇ ਦੇਖਣ ਵਾਲਿਆਂ ਨੂੰ ਵੀ ਲੱਗੇ ਕਿ ਵਾਓ, ਕਿਆ ਜਿਹੜੇ ਕੀਮਤੀ ਚੀਜ਼ਾਂ ਨੇ ਉਹ ਇਹਨਾਂ ਨੇ ਧਰੋਹਰ ਆਪਣੀ ਦੇ ਵਿੱਚ ਸਾਂਭੀਆਂ ਹੋਈਆਂ ਨੇ। ਹੋਰ ਬਹੁਤ ਕੁਝ ਹੈ ਖਾਸ, ਆਓ ਜਾਣਦੇ ਹਾਂ। ਇਹ ਕਲੈਕਸ਼ਨ ਦੇ ਵਿੱਚ ਮੇਰੇ ਕੋਲੋਂ ਪ੍ਰੀਫਿਕਸ ਵਾਈਜ਼ ਵੀ ਮੈਂ ਨੋਟਾਂ ਦੀ ਕਲੈਕਸ਼ਨ ਕੀਤੀ ਹੈ, 1 ਰੁਪਏ ਤੋਂ ਲੈ ਕੇ 10 ਰੁਪਏ ਤੱਕ। ਅੱਜ ਤੱਕ ਜਿੰਨੇ ਵੀ ਗਵਰਨਰ ਆਏ, ਕਿਹੜੇ ਗਵਰਨਰ ਨੇ ਕਿਹੜੇ ਨੋਟ ਤੇ ਸਾਈਨ ਕੀਤੇ, ਕਿਹੜੀ ਸੀਰੀਜ਼ ਦਾ ਨੋਟ ਛਪਿਆ, ਹਰ ਸੀਰੀਜ਼ ਦਾ ਇੱਕ ਨੋਟ ਮੈਂ ਆਪਣੀ ਕਲੈਕਸ਼ਨ ਦੇ ਵਿੱਚ ਰੱਖਿਆ। ਹੁਣ 1 ਰੁਪਏ ਦੇ ਅੱਜ ਤੱਕ 62 ਤਰ੍ਹਾਂ ਦੇ ਨੋਟ ਛਪੇ ਆ, ਔਰ 62 ਤਰ੍ਹਾਂ ਦੇ ਹੀ ਨੋਟ ਮੇਰੇ ਕੋਲ ਹੋ ਗਿਆ। ਉਸ ਤੋਂ ਇਲਾਵਾ ਇਹਨੂੰ ਹੀ ਫੈਲਾਈਏ ਤੇ ਉਹਦੇ ਵਿੱਚ ਜਿੰਨੇ ਵੀ ਪ੍ਰੀਫਿਕਸ ਛਪੇ ਆ, ਉਹਨਾਂ ਵਿੱਚੋਂ ਮੇਰੇ ਕੋਲ 453 ਇਸ ਲਈ ਪ੍ਰੀਫਿਕਸ 1 ਰੁਪਏ ਦੇ ਹੈਗੇ ਆ। ਇਸ ਤਰ੍ਹਾਂ ਹੀ 2 ਰੁਪਏ ਦੇ ਵੀ ਮੈਂ ਪ੍ਰੀਫਿਕਸ ਇਕੱਠੇ ਕੀਤੇ ਆ, 5 ਰੁਪਏ ਦੇ ਵੀ ਕੀਤੇ ਆ ਤੇ 10 ਰੁਪਏ ਦੇ ਵੀ ਕੀਤੇ ਜੀ। ਵਾਕਈ ਇਹ ਵੀ ਖਜ਼ਾਨਾ ਜਿਹੜਾ ਹੈ, ਕਿਉਂਕਿ ਹਰ ਖਜ਼ਾਨਾ ਕੀਮਤੀ ਹੁੰਦਾ, ਪਰ ਪ੍ਰੀਫਿਕਸ ਇਕੱਠਾ ਕਰਨਾ ਬੜਾ ਹੀ ਮੁਸ਼ਕਿਲ ਦਾ ਕੰਮ ਹੈ ਜੀ। ਕਿਉਂਕਿ ਹਰ ਇੱਕ ਬੰਡਲ ਲਿਆਓਗੇ, ਇੱਕ ਬੰਡਲ ਦੇ ਵਿੱਚੋਂ ਇੱਕੋ ਪ੍ਰੀਫਿਕਸ ਦਾ ਨੋਟ ਨਿਕਲੇਗਾ, ਜਦ ਕਿ ਹਜ਼ਾਰਾਂ ਲੱਖਾਂ ਪ੍ਰੀਫਿਕਸ ਇਕੱਠੇ ਕਰਨਾ ਬੜੀ ਮੁਸ਼ਕਿਲ ਦਾ ਕੰਮ ਹੈ, ਔਰ ਬੜੀ ਮੁਸ਼ਕਿਲ ਨਾਲ ਮੈਂ ਇਕੱਠੇ ਕੀਤੇ ਜੀ। ਤੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਕੀ ਜਿਹੜਾ ਇਹਦੇ ਵਿੱਚ ਤੁਹਾਨੂੰ ਲੱਗਦਾ ਕਿ ਸਿਲੈਕਟਡ ਹੋਰ ਕੁਝ ਕਲੈਕਟ ਕਰਨਾ ਚਾਹੁੰਦੇ ਹੋ ਤੁਸੀਂ, ਜਿਹੜਾ ਰਹਿ ਗਿਆ ਤੁਹਾਡੇ ਦਿਮਾਗ ਦੇ ਵਿੱਚ ਹੋਵੇ? ਦੇਖੋ ਜੀ, ਕਲੈਕਸ਼ਨ ਪੂਰੀ ਤਾਂ ਕਦੀ ਵੀ ਨਹੀਂ ਹੁੰਦੀ, ਪਰ ਫਿਰ ਵੀ ਜਿਹੜੀ ਵੀ ਚੀਜ਼ ਮੈਨੂੰ ਨਵੀਂ ਨਜ਼ਰ ਆਉਂਦੀ ਜਾਂ ਵੇਖਣਾ ਮੇਰੇ ਕੋਲ ਨਹੀਂ ਹੈਗੀ, ਉਹ ਮੈਂ ਆਪਣੇ ਕੋਲ ਰੱਖ ਲੈਣਾ, ਜਾਂ ਕੁਝ ਵੀ ਮੈਨੂੰ ਨਵਾਂ ਨਜ਼ਰ ਆਉਂਦਾ ਮੈਂ ਆਪਣੇ ਕੋਲ ਰੱਖ ਲੈਣਾ, ਆਪਣੀ ਕਲੈਕਸ਼ਨ ਦਾ ਇੱਕ ਹਿੱਸਾ ਬਣਾਉਣਾ। ਤੇ ਆਉਣ ਵਾਲੇ ਟਾਈਮ 'ਚ ਮੈਂ ਤਾਂ ਕਹਿੰਦਾ ਮੇਰਾ ਨਾਮ ਪਹਿਲੇ ਲਿਮਕਾ ਬੁੱਕ ਵਿੱਚ ਜਿਹੜਾ ਨਾਮ ਸੀ, ਮੈਂ ਆਪਣਾ ਨਾਮ ਗਿਨੀਜ਼ ਬੁੱਕ 'ਚ ਲਿਖਾਉਣਾ ਚਾਹੁੰਦਾ। ਲਿਮਕਾ ਬੁੱਕ ਦੇ ਵਿੱਚ ਹੈ ਤੇ ਗਿਨੀ ਬੁੱਕਸ ਦੇ ਵਿੱਚ ਲਿਖਵਾਉਣਾ ਚਾਹੁੰਦੇ ਨੇ ਨਾਮ। ਸ਼ਾਂਤੀ ਜੀ, ਇੱਥੇ ਤੁਹਾਡੇ ਟੇਬਲ 'ਤੇ ਨਾ 1 2 ਤੇ 5 10 ਦੀਆਂ ਦਥੀਆਂ ਪਈਆਂ ਨੇ ਜਿਹੜੇ ਕਾਗਜ਼ ਦੇ ਨੋਟ ਨੇ, ਉਹਨਾਂ ਬਾਰੇ ਵੀ ਥੋੜਾ ਜਿਹਾ ਵਿਸਥਾਰ ਵਿੱਚ ਦੱਸੋਗੇ? ਇਹ ਕੁਝ ਪੁਰਾਣੇ ਨੋਟਾਂ ਵਾਲੇ ਗੱਡੀਆਂ ਹੀ ਹੈ ਜੀ, ਕਿਸੇ ਵਿੱਚ ਫੈਂਸੀ ਨੰਬਰ ਦੇ ਨੰਬਰ ਹੈ,
ਕਿਸੇ ਦੇ ਵਿੱਚ ਐਰਰ ਹੈਗੇ ਆ, ਗਲਤ ਛਪਾਈ ਵਾਲੇ ਆ, ਕਿਸੇ ਦੇ ਵਿੱਚ ਕੋਈ ਵੈਸੇ ਹੀ ਪੁਰਾਣੀਆਂ ਵਾ ਗੱਡੀਆਂ, ਕਿਸੇ ਦਾ ਵਜਨ ਜ਼ਿਆਦਾ ਵਾ। ਇੱਕ ਸਟਾਰ ਸੀਰੀਜ਼ ਵਾਲੇ ਨੋਟਾਂ ਦੀ ਬੰਡਲ ਹੈਗਾ ਵਾ, ਇਹ ਵੀ ਮੇਰੀ ਸਾਰੀ ਕਲੈਕਸ਼ਨ ਦਾ ਹਿੱਸਾ ਹੈ। ਕੋਈ ਮੇਰੇ ਡੇਟ ਆਫ ਬਰਥ ਦੀਆਂ ਕਾਪੀਆਂ ਹੈਗੀਆਂ, ਜਿੱਦਾਂ ਪੂਰੀ ਦੀ ਪੂਰੀ ਕਾਪੀ ਮੇਰੇ ਬੱਚਿਆਂ ਦੀ ਡੇਟ ਆਫ ਬਰਥ ਦੀ, ਮੇਰੀ ਵਾਈਫ ਦੀ ਡੇਟ ਆਫ ਬਰਥ ਦੀ ਕਾਪੀ ਹੈ, ਇਸ ਤਰ੍ਹਾਂ ਉਹਨਾਂ ਦੀਆਂ ਕਾਪੀਆਂ। ਤੇ ਨਾਮ ਦੇ ਅਕੋਰਡਿੰਗ ਵੀ ਸਿਲੈਕਸ਼ਨ ਕਰਦੇ ਹੋ, ਕਿਸੇ ਨੂੰ ਗਿਫਟ ਦੇਣਾ ਤੇ ਫਿਰ ਉੱਥੇ ਬਿਲਕੁਲ ਜੀ, ਬਹੁਤ ਚੂਜ਼ ਕਰਕੇ। ਹਾਂਜੀ, ਮੈਂ ਆਪਣੇ ਪੂਰੀ ਫੈਮਿਲੀ ਦੇ ਬਣਾ ਕੇ ਰੱਖੇ ਆ, ਉਹਦੇ ਵਿੱਚ ਜੋ ਅਗੇ ਲਫ਼ਜ਼ ਉਹਨਾਂ ਦੇ ਜੀ ਜੀ। ਤੇ ਇਹ ਸਭ ਕੁਝ ਹੋ ਗਿਆ, ਕੁਝ ਹੋਰ ਖਾਸ ਜਿਹੜਾ ਰਹਿ ਗਿਆ ਹੋਵੇ, ਕੈਮਰੇ ਦੀ ਅੱਖ ਦੇ ਪਿਛਲੇ ਬੰਨੇ ਦਿਖਿਆ ਨਾ ਹੋਵੇ, ਕੁਝ ਇਹੋ ਜਿਹੀ ਚੀਜ਼ ਤੁਹਾਨੂੰ ਲੱਗਦਾ ਕਿ ਇਹ ਕੀਮਤੀ ਸੀ? ਵੈਸੇ ਤਾਂ ਸਭ ਕੁਝ ਹੀ ਕੀਮਤੀ ਹੈ। ਮੈਂ ਤਾਂ ਕਹਿੰਦਾ ਜੀ ਆਪਣੀ ਸਾਰੀ ਕਲੈਕਸ਼ਨ ਦਾ ਪਰ ਉਹਦੇ ਵਾਸਤੇ ਸਮਾਂ ਵੀ ਬਹੁਤ ਜ਼ਿਆਦਾ ਚਾਹੀਦਾ ਵਾ, ਤੇ ਪੂਰੀ ਦੀ ਪੂਰੀ ਜਗ੍ਹਾ ਵੀ ਬਹੁਤ ਜ਼ਿਆਦਾ ਚਾਹੀਦੀ ਜਿੱਥੇ ਪੂਰੇ ਦਾ ਪੂਰਾ ਆਪਣੀ ਕਲੈਕਸ਼ਨ ਨੂੰ ਮੈਂ ਦਿਖਾ, ਫਿਰ ਵੀ ਇੰਨੇ ਥੋੜੇ ਟਾਈਮ 'ਚ ਮੈਂ ਆਪਣੀ ਕਲੈਕਸ਼ਨ ਨੂੰ ਦਿਖਾ ਸਕਿਆ, ਮੈਂ ਆਪਣੇ ਆਪ 'ਤੇ ਫਖਰ ਮਹਿਸੂਸ ਕਰਦਾ। ਤੇ ਸੁਨੇਹਾ ਕੀ ਦੇਣਾ ਚਾਹੁੰਦੇ ਹੋ? ਮੈਂ ਉਹੀ ਸੁਨੇਹਾ ਦੇਣਾ ਚਾਹੁੰਦਾ ਜੀ ਕਿ ਇਹ ਜਿਹੜਾ ਸ਼ੌਂਕ ਹੈਗਾ ਖਰਾਬ ਸ਼ੌਂਕ ਨਹੀਂ ਹੈਗਾ, ਇਹਨੂੰ ਪਾਲਣਾ ਨਾ ਹੀ ਇਹਦੇ 'ਤੇ ਕੱਲ੍ਹ ਨੂੰ ਇਹਦੇ ਇਨਵੈਸਟਮੈਂਟ ਹੁੰਦੀ ਜ਼ਰੂਰ ਹੈ, ਲੇਕਿਨ ਬਰਬਾਦ ਨਹੀਂ ਹੋਏਗੀ ਤੁਹਾਡੀ ਇਨਵੈਸਟਮੈਂਟ। ਜਿੰਨਾ ਉਹਦੀ ਫੇਸ ਵੈਲਿਊ ਉਹ ਹਮੇਸ਼ਾ ਹੀ ਰਹਿਣੀ ਹੈ, ਕੋਈ ਜੂਆ ਨਹੀਂ ਗਾ। ਆਉਣ ਵਾਲੇ ਸੰਤਾਨ ਵਾਸਤੇ, ਆਉਣ ਵਾਲੀ ਸਦੀਆਂ ਵਾਸਤੇ ਵੀ ਆਪਾਂ ਇਹ ਧਰੋਹਰ ਨੂੰ ਸੰਭਾਲ ਕੇ ਰੱਖ ਸਕਦੇ ਹਾਂ। ਓਕੇ, ਫੈਮਿਲੀ ਵੱਲੋਂ ਪੂਰਾ ਸਪੋਰਟ ਮਿਲਦਾ, ਇਹਨਾਂ ਚੀਜ਼ਾਂ ਨੂੰ ਸਾਂਭਣ ਲਈ ਸਮਾਂ ਲੱਗਿਆ, ਪੈਸਾ ਲੱਗਿਆ, ਤਾਂ ਹੀ ਇਹ ਸਭ ਜਿਹੜਾ ਖਜ਼ਾਨਾ ਇਕੱਠਾ ਹੋਇਆ। ਪਰ ਉਹਦੇ ਨਾਲ ਨਾਲ ਇੱਕ ਸੋਚ, ਇੱਕ ਸੱਚੀ ਸੁੱਚੀ ਸੂਰਤ ਜਿਹੜੀ ਹੈ ਉਹ ਸਭ ਤੋਂ ਜ਼ਰੂਰੀ ਹੁੰਦੀ ਹੈ ਕਿ ਜਿੱਥੇ ਵੀ ਤੁਸੀਂ ਇਨਵੈਸਟਮੈਂਟ ਕਰਦੇ ਹੋ ਆਉਣ ਵਾਲੇ ਸਮੇਂ ਦੇ ਵਿੱਚ ਵੀ ਤੁਹਾਡੇ ਕੋਲ ਰਹਿੰਦੀ ਹੈ, ਤੇ ਜਿਹੜੀਆਂ ਸਦੀਆਂ ਪੀੜ੍ਹੀਆਂ ਤੁਹਾਨੂੰ ਯਾਦ ਰੱਖਦੀਆਂ ਨੇ ਉਸ ਚੀਜ਼ ਦੇ ਨਾਲ। ਪੂਰੀ ਦੁਨੀਆ ਦੇ ਵਿੱਚ ਨਾਮ ਜਾਣਿਆ ਜਾਏਗਾ ਸ਼ਾਂਤੀ ਸਰੂਪ ਜੀ ਦਾ। ਅਨਮੋਲ ਖਜ਼ਾਨਾ ਤੁਹਾਨੂੰ ਧੰਨਵਾਦ ਆਖਦਾ ਹੈ, ਤੇ ਨਾਲ ਦੀ ਨਾਲ ਜਿਹੜਾ ਤੁਸੀਂ ਸੁਨੇਹਾ ਜਿਹੜਾ ਯੰਗ ਯੂਥ ਨੂੰ ਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਦਿੱਤਾ, ਉਹਦੇ ਵਾਸਤੇ ਵੀ ਧੰਨਵਾਦ। ਸਮਾਂ ਦਿੱਤਾ, ਸਮਾਂ ਤੁਸੀਂ ਕੱਢਿਆ ਸਾਡੇ ਲਈ। ਬਹੁਤ ਕੁਝ ਸੀਗਾ, ਪਰ ਕੋਸ਼ਿਸ਼ ਸੀਗੀ ਕਿ ਸਾਰਾ ਕੁਝ ਦਿਖਾ ਸਕੀਏ, ਸਾਰਾ ਕੁਝ ਦਿਖਾਇਆ ਹੈ ਸ਼ਾਂਤੀ ਸਰੂਪ ਜੀ ਨੇ। ਕੁਝ ਚੀਜ਼ਾਂ ਵਿੱਚੋਂ ਸਿਲੈਕਟਡ ਤਾਂ ਕਿ ਸਮਾਂ ਵੀ ਉਨਾ ਕੁ ਸੀਗਾ ਤੇ ਗੁੰਜਾਇਸ਼ ਵੀ ਉਨੀ ਕੁ ਸੀ। ਧੰਨਵਾਦ ਬਹੁਤ ਬਹੁਤ। ਸੱਭਿਆਚਾਰ ਰਸਮ ਰਿਵਾਜ ਦੀ ਜਦੋਂ ਗੱਲ ਆਉਂਦੀ ਹੈ ਤਾਂ ਪੰਜਾਬੀ ਸੱਭਿਆਚਾਰ ਦੀ ਅਮੀਰ ਵਿਰਾਸਤ ਦਾ ਉਹ ਖਜ਼ਾਨਾ ਜੋ ਅਸੀਂ ਸਾਂਭੀ ਬੈਠੇ ਹਾਂ ਆਪਣੇ ਜ਼ਿਹਨ ਦੇ ਨਾਲ ਘਰ ਦੀ ਬੈਠਕ ਦੀ ਪਰਛੱਤੀ ਤੇ। ਉਹ ਵਿਰਾਸਤ ਤੇ ਉਹ ਖਜ਼ਾਨਾ ਜੋ ਹਰ ਕੋਈ ਸਾਂਭਣਾ ਚਾਹੁੰਦਾ ਹੈ, ਪਰ ਸਾਂਭ ਉਹੀ ਸਕਿਆ ਜਿਸ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਪੰਜਾਬ ਦੀ ਮਿੱਟੀ ਦੇ ਨਾਲ ਤੇ ਪੰਜਾਬੀ ਸੱਭਿਆਚਾਰ ਨੂੰ ਜਿਉਂਦਾ ਰੱਖਣ ਦੀ ਤਾਂਘ ਹੋਵੇ, ਚਿਣਗ ਹੋਵੇ। ਤੇ ਉਹ ਚਾਹੁੰਦਾ ਹੈ ਕਿ ਆਉਣ ਵਾਲੀਆਂ ਨਸਲਾਂ ਭਾਵ ਆਉਣ ਵਾਲੀਆਂ ਪੀੜ੍ਹੀਆਂ ਵੀ ਜਾਣੂ ਹੋਣ ਪੰਜਾਬ ਦੇ ਇਸ ਅਮੀਰ ਵਿਰਾਸਤ ਤੇ ਸਾਡੇ ਨਵੇਂ ਪ੍ਰੋਗਰਾਮ ਅਨਮੋਲ ਖਜ਼ਾਨਾ ਤੋਂ।